ਸਤਿਗੁਰ ਪ੍ਰਸਾਦ। ਸੁਨ ਸਾਖੀ ਮਨ ਜਪ ਪਿਆਰ, ਅਜ਼ਾਮਲ ਉਤਰਿਆ ਕਹਿ ਏਕ ਬਾਰ। ਸੁਨ ਸਾਖੀ ਮਨ ਜਪ ਪਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਕਈ ਵਿਦਵਾਨ ਸੱਜਣ ਗੁਰਬਾਣੀ ਦੀ ਸ਼ਬਦ ਦੀ ਕਥਾ ਵਿੱਚ ਸਾਖੀ ਸੁਣਾਉਣ ਦਾ ਵਿਰੋਧ ਕਰਦੇ ਹਨ, ਪਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਖੁਦ ਆਪ ਗੁਰਬਾਣੀ ਦੇ ਸ਼ਬਦ ਵਿੱਚ ਸਾਨੂੰ ਸਾਖੀਆਂ ਸੁਣਾ ਰਹੇ ਨੇ। ਕਿਉਂਕਿ ਜਿਹੜੀਆਂ ਗੁਰਮਤਿ ਦੇ ਅਨੁਸਾਰ ਸੰਤਾਂ ਭਗਤਾਂ ਦੀਆਂ ਸਾਖੀਆਂ ਸੁਣਾਉਣੀਆਂ ਹਨ, ਪੜ੍ਹਨੀਆਂ ਨੇ, ਵਿਚਾਰਨੀਆਂ ਨੇ, ਸੁਣਨੀਆਂ ਨੇ, ਇਸ ਦੇ ਨਾਲ ਨਾਮ ਜਪਣ ਵਿੱਚ ਉਤਸ਼ਾਹ ਮਿਲਦਾ ਹੈ, ਮਨ ਦੇ ਵਿੱਚ ਧੀਰਜ ਆਉਂਦੀ ਹੈ, ਮਨ ਤਗੜਾ ਹੁੰਦਾ ਹੈ। ਜਿਵੇਂ ਭਗਤ ਧੰਨਾ ਜੀ ਬਾਬਤ ਪੰਜਵੇਂ ਪਾਤਸ਼ਾਹ ਜੀ ਦਾ ਹੀ ਬਚਨ ਹੈ, ਮਹੱਲਾ ਪੰਜਵਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰੂ ਹੋਇਓ ਲਾਖੀਣਾ। ਬੁਰਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਟਵੰਦਾ ਢੋਰ ਨੀਂਦ ਤਿਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਭਾਇਆ। ਸਹਿ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਧ ਸੁਣ ਕੇ ਜੱਟ ਰੋ ਉਠ ਭਗਤੀ ਲੱਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਭਗਤਾਂ ਦੀਆਂ ਸਾਖੀਆਂ, ਇਹਨਾਂ ਦਾ ਜੀਵਨ ਸੁਣ ਕੇ ਹੀ ਭਗਤ ਧੰਨਾ ਜੀ ਮੋਹ ਮਾਇਆ ਵੱਲੋਂ ਉੱਠ ਕੇ ਭਗਤੀ ਕਰਨ ਵਿੱਚ ਲੱਗੇ, ਤਾਂ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ। ਸਾਖੀ ਦੇ ਨਾਲ ਮਨ ਨੂੰ ਬਲ ਮਿਲਦਾ ਹੈ। ਆਓ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਭਗਤ ਮਾਲ ਦੀਆਂ ਸਾਖੀਆਂ, ਭਗਤਾਂ ਦੀਆਂ ਜਿਸ ਤਰ੍ਹਾਂ ਉਹਨਾਂ ਨਾਮ ਜਪਿਆ ਸਿਦਕ ਰੱਖਿਆ, ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤਾ ਮਹੱਲਾ ਪੰਜਵਾ। ਬਸੰਤ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਬਾਹਮਣ ਸ਼ਬਦ ਉਚਾਰਨ ਕਰ ਰਹੇ ਨੇ। ਕਾਰ ਪਹਿਲਾ ਦੋ ਤੁਕੀਆ। ਪਹਿਲੇ ਸੁਰ ਤਾਲ ਦੇ ਵਿੱਚ ਇਹ ਦੋ ਦੋ ਤੁਕਾਂ ਤੇ ਅੰਕ ਵਾਲੀ ਬਾਣੀ ਉਚਾਰਨ ਕਰਦੇ ਹੋਏ ਭਗਤਾਂ ਦੀਆਂ ਸਾਖੀਆਂ ਦੁਆਰਾ ਨਾਮ ਜਪਣ ਦਾ
ਉਪਦੇਸ਼ ਬਖਸ਼ਿਸ਼ ਕਰਦੇ ਹਨ। ਏਕ ਓੰਕਾਰ ਇੱਕ ਅਦੁੱਤੀ ਜੋ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਜੋ ਕਿ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਨ ਸਾਖੀ ਮਨ ਜਪ ਪਿਆਰ ਇਹ ਮਨਾ ਤੂੰ ਭਗਤਾਂ ਦੇ ਜੀਵਨ ਦੀਆਂ ਸਾਖੀਆਂ ਸੁਣ, ਜਾਂ ਸਾਡੀ ਸਿੱਖਿਆ ਸੁਣ ਕੇ ਪਿਆਰ ਨਾਲ ਪ੍ਰਭੂ ਦਾ ਨਾਮ ਜਪਣਾ ਕਰ। ਅਜ਼ਮਲ ਉਧਰਿਆ ਕਹ ਏਕ ਬਾਰ ਦੇਖ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੀ ਨਿਸਤਾਰ। ਅਜਾਮਲ ਇੱਕ ਵਾਰ ਅਖੀਰਲੀ ਅਵਸਥਾ ਵਿੱਚ ਪਰਮਾਤਮਾ ਦਾ ਨਾਮ ਕਹਿ ਕੇ ਸੰਸਾਰ ਤੋਂ ਤਰ ਗਿਆ ਸੀ। ਤੂੰ ਵੀ ਨਾਮ ਜਪ, ਤੂੰ ਵੀ ਤਰ ਜਾਵੇਂਗਾ। ਉਹ ਤਾਂ ਬਹੁਤ ਵੱਡਾ ਪਾਪੀ ਸੀ, ਅਤੇ ਜੇ ਕੋਈ ਚੰਗਾ ਭਲਾ ਗੁਰਸਿੱਖ ਅੰਮ੍ਰਿਤਧਾਰੀ ਗੁਰੂ ਜੀ ਦੀ ਆਗਿਆ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਿਆਂ ਬਾਣੀ ਪੜ੍ਹੇਗਾ, ਨਾਮ ਜਪੇਗਾ, ਕਿਉਂ ਨਹੀਂ ਤਰੇਗਾ। ਅਜਾਮਲ ਕਾਨ ਕੁਬਜ ਜਾਤੀ ਦਾ ਬ੍ਰਾਹਮਣ ਸੀਗਾ। ਇਸ ਦਾ ਪਿਤਾ ਰਾਜ ਪੰਡਤ ਸੀ। ਪਿਤਾ ਜੀ ਨੇ ਇਹਨੂੰ ਵਿਦਿਆ ਗੁਰੂ ਕੋਲ ਵਿਦਿਆ ਪੜ੍ਹਨ ਲਈ ਭੇਜਿਆ। ਗੁਰੂ ਜੀ ਦਾ ਆਸ਼ਰਮ ਪਹਾੜ ਵੱਲ ਸੀ ਅਤੇ ਇਸ ਦਾ ਘਰ ਸ਼ਹਿਰ ਦੀ ਦੱਖਣ ਵੱਲ ਸੀ। ਗੁਰੂ ਜੀ ਨੇ ਅਜਾਮਲ ਨੂੰ ਪਹਿਲੇ ਹੀ ਦਿਨ ਤੋਂ ਇਹ ਹਦਾਇਤ ਦੇ ਰੱਖੀ ਸੀ ਕਿ ਵਿਦਿਆ ਪੜ੍ਹਨ ਲਈ ਆਉਣ ਦੇ ਘਰ ਨੂੰ ਜਾਣ ਸਮੇਂ ਸ਼ਹਿਰ ਦੇ ਅੰਦਰਲੇ ਰਸਤੇ ਨੂੰ ਨਹੀਂ ਆਉਣਾ ਅਤੇ ਨਾ ਹੀ ਬਾਜ਼ਾਰ ਥਾਣੀ ਜਾਣਾ ਹੈ, ਬਾਹਰਲੇ ਰਸਤੇ ਨੂੰ ਘੁੰਮ ਕੇ ਆਉਣਾ ਹੈ। ਇਸ ਨਾਲ ਅਜਾਮਲ ਨੂੰ 2.5-3 ਮੀਲ ਦਾ ਪੈਂਡਾ ਵਾਧੂ ਤੈਅ ਕਰਨਾ ਪੈਂਦਾ ਸੀ। ਅਜਾਮਲ ਬਾਹਰਲੇ ਰਸਤੇ ਨੂੰ ਆਉਂਦਾ ਅਤੇ ਪੜ੍ਹਨ ਤੋਂ ਬਾਅਦ ਉਸੇ ਰਸਤੇ ਨੂੰ ਵਾਪਸ ਚਲਾ ਜਾਂਦਾ ਸੀ। ਇਹਨੇ ਬਹੁਤ ਸਾਰੇ ਵੇਦਾਂ, ਸ਼ਾਸਤਰਾਂ ਅਤੇ ਧਰਮ ਗ੍ਰੰਥਾਂ ਦਾ ਅਧਿਐਨ ਕਰ ਲਿਆ। ਇੱਕ ਦਿਨ ਅਜਾਮਲ ਆਪਣੇ ਗੁਰੂ ਜੀ ਦੇ ਕਥਨਾਂ ਦੀ ਉਲੰਘਣਾ ਕਰਕੇ ਸ਼ਹਿਰ ਦੇ ਵਿਚਕਾਰਲੇ ਰਸਤੇ ਰਾਹੀਂ ਚੱਲ ਪਿਆ। ਇਸ ਰਸਤੇ ਵਿੱਚ ਵੇਸ਼ਵਾਵਾਂ ਦੇ ਕੋਠੇ ਪੈਂਦੇ ਸਨ ਅਤੇ ਰਸਤੇ ਵਿੱਚ ਤੁਰੇ ਜਾਂਦੇ ਅਜਾਮਲ ਨੂੰ ਇੱਕ ਮੁਟਿਆਰ ਵੇਸ਼ਵਾ ਨੇ ਆਪਣੇ ਨੈਣਾਂ ਦੇ ਤੀਰ ਦਾ ਸ਼ਿਕਾਰ ਬਣਾ ਲਿਆ। ਅਜਾਮਲ ਦੀ ਚੜ੍ਹਦੀ ਜਵਾਨੀ, ਵੇਸ਼ਵਾ ਦੀ ਸੁੰਦਰਤਾ ਦੇ ਕਾਮ ਵਾਸ਼ਨਾ ਦੇ ਹਾਵਾਂ ਭਾਵਾਂ ਨੇ ਅਜਾਮਲ ਨੂੰ ਪੂਰੀ ਤਰ੍ਹਾਂ ਵੇਸ਼ਵਾ ਦਾ ਹੀ ਬਣਾ ਦਿੱਤਾ। ਉਸ ਸਮੇਂ ਤੋਂ ਉਹ ਵੇਸ਼ਵਾ ਦੇ ਘਰ ਜਾਣ ਲੱਗ ਪਿਆ ਅਤੇ ਗੁਰੂ ਜੀ ਦੇ ਆਸ਼ਰਮ ਵਿੱਚ ਜਾਣਾ ਛੱਡ ਦਿੱਤਾ। ਭਾਵੇਂ ਘਰ ਵਿੱਚ ਅਜਾਮਲ ਦੀ ਵਿਆਹੁਤਾ ਪਤਨੀ ਵੀ ਸੀ, ਪਰੰਤੂ ਵੇਸ਼ਵਾ ਦੀ ਸੁੰਦਰਤਾ ਅਤੇ ਚੰਚਲਤਾ ਨੇ ਅਜਾਮਲ ਨੂੰ ਸ਼ਾਦੀ ਕਰਾਉਣ ਸਮੇਂ ਕੀਤੇ ਸਾਰੇ ਵਾਅਦੇ ਭੁਲਾ ਦਿੱਤੇ। ਨਗਰ ਦੇ ਰਾਜੇ ਨੂੰ ਅਜਾਮਲ ਦੇ ਵੇਸ਼ਵਾਗਾਮੀ ਹੋਣ ਦੀ ਖਬਰ ਮਿਲ ਚੁੱਕੀ ਸੀ। ਰਾਜੇ ਨੇ ਉਹਨੂੰ ਸਮਝਾਉਂਦਿਆਂ ਹੋਇਆਂ ਤਾੜਨਾ ਵੀ ਕੀਤੀ, ਪਰ ਅਜਾਮਲ ਵੇਸ਼ਵਾ ਦੇ ਮੋਹ ਨੂੰ ਘਟਾ ਨਾ ਸਕਿਆ। ਰਾਜੇ ਨੇ ਅਜਾਮਲ ਦੀ ਸਾਰੀ ਜਾਇਦਾਦ ਇਹਦੀ ਵਿਆਹੁਤਾ ਇਸਤਰੀ ਨੂੰ ਦੇ ਕੇ ਅਜਾਮਲ ਅਤੇ ਵੇਸ਼ਵਾ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ। ਇਹ ਦੋਵੇਂ ਬਾਹਰ ਜੰਗਲ ਵਿੱਚ ਇੱਕ ਝੌਂਪੜੀ ਜਿਹੀ ਬਣਾ ਕੇ ਉੱਥੇ ਹੀ ਰਹਿਣ ਲੱਗ ਪਏ ਅਤੇ ਪੇਟ ਭਰਨ ਲਈ ਛੋਟੇ ਮੋਟੇ ਪੰਛੀ, ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੋਕੀ ਉਸ ਨੂੰ ਅਜਾਮਲ ਪਾਪੀ ਕਹਿਣ ਲੱਗ ਪਏ ਸਨ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਇਹਨਾਂ ਦੇ ਘਰ 6 ਪੁੱਤਰਾਂ ਨੇ ਜਨਮ ਲਿਆ। ਅਜਾਮਲ ਪਰਿਵਾਰ ਦੀ ਪਰਵਰਿਸ਼ ਲਈ ਸਾਰਾ ਦਿਨ ਚਿੜੀਆਂ ਆਦਿ ਪੰਛੀਆਂ ਦਾ ਸ਼ਿਕਾਰ ਖੇਡਦਾ ਰਹਿੰਦਾ। ਇਹਨਾਂ ਪੰਛੀਆਂ ਦਾ ਮਾਸ ਭੁੰਨ ਕੇ ਆਪਣੇ ਪਰਿਵਾਰ ਦਾ ਪੇਟ ਭਰਦਾ। ਇੱਕ ਦਿਨ ਸਿਆਲ ਦੀ ਝੜੀ ਲੱਗੀ ਹੋਈ ਸੀ। ਸੰਧਿਆ ਵੇਲੇ 2 ਸਾਧੂ ਇਹਦੀ ਝੌਂਪੜੀ ਕੋਲ ਆਏ। ਅਜਾਮਲ ਘਰ ਨਹੀਂ ਸੀ। ਵੇਸ਼ਵਾ ਨੇ ਉਹਨਾਂ ਦਾ ਸਨਮਾਨ ਕੀਤਾ
ਵੇਸਵਾ ਦਾ ਮਨ ਸਾਧੂਆਂ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ। ਆਪਣੇ ਪਾਸ ਵਾਲੀ ਚੌਂਪੜੀ 'ਚ ਉਹਨਾਂ ਨੂੰ ਠਹਿਰਾ ਦਿੱਤਾ। ਗਰਮ ਪਾਣੀ ਨਾਲ ਉਹਨਾਂ ਦੇ ਹੱਥ ਪੈਰ ਧੁਆਏ। ਇੰਨੇ ਨੂੰ ਅਜਾਮਲ ਵੀ ਆਣ ਪਹੁੰਚਿਆ। ਵੇਸਵਾ ਨੇ ਕਿਹਾ ਕਿ ਅੱਜ ਅਸੀਂ ਘਰੇ ਮਾਸ ਨਹੀਂ ਰਹਿਣਾ, ਘਰ ਵਿੱਚ ਸੰਤ ਆਏ ਹੋਏ ਨੇ, ਇਹਨਾਂ ਪੰਛੀਆਂ ਨੂੰ ਕਿਸੇ ਹੋਰ ਨੂੰ ਦੇ ਦੇਵੋ। ਅਜਾਮਲ ਨੇ ਉਵੇਂ ਹੀ ਕੀਤਾ ਅਤੇ ਆਪਣੇ ਹੱਥ ਪੈਰ ਧੋ ਕੇ ਸੰਤਾਂ ਦੀ ਚਰਨੀ ਢਹਿ ਪਿਆ ਅਤੇ ਰੋ ਰੋ ਕੇ ਆਪਣੇ ਕੀਤੇ ਗੁਨਾਹਾਂ ਦੀ ਖਿਮਾ ਮੰਗਣ ਲੱਗਾ ਅਤੇ ਸੰਤਾਂ ਨੂੰ ਪੁੱਜੇ ਹੋਏ ਛੋਲੇ ਖਵਾ ਕੇ ਆਰਾਮ ਕਰਨ ਲਈ ਕਿਹਾ। ਦੂਜੇ ਦਿਨ ਅਜਾਮਲ ਨੇ ਸੰਤਾਂ ਨੂੰ ਆਪਣੀ ਸਾਰੀ ਕਥਾ ਸੁਣਾ ਦਿੱਤੀ ਅਤੇ ਆਪਣੇ ਜੀਵਨ ਦੇ ਉਧਾਰ ਲਈ ਬੇਨਤੀ ਕੀਤੀ। ਸੰਤਾਂ ਨੇ ਇਸ ਦੇ ਘਰ ਰਾਤ ਜੋ ਕੱਟੀ ਸੀ ਅਤੇ ਆਨੰਦਾਣਾ ਛਕਿਆ ਸੀ, ਜਿਸ ਕਰਕੇ ਸੰਤ ਉਹਨਾਂ ਦਾ ਉਧਾਰ ਕਰਨਾ ਚਾਹੁੰਦੇ ਸਨ। ਜਾਂ ਇੰਜ ਜਾਣ ਲਓ ਕਿ ਅਜਾਮਲ ਦੇ ਚੰਗੇ ਭਾਗ ਜਾਗ ਪਏ ਸਨ। ਸੰਤਾਂ ਨੇ ਕਿਹਾ ਕਿ ਤੁਹਾਡੇ ਘਰ ਜੋ ਹੁਣ ਪੁੱਤਰ ਪੈਦਾ ਹੋਵੇਗਾ ਉਸ ਦਾ ਨਾਮ ਨਾਰਾਇਣ ਰੱਖ ਦੇਣਾ, ਪ੍ਰਭੂ ਤੁਹਾਡਾ ਭਲਾ ਕਰੇਗਾ। ਇਹ ਕਹਿ ਕੇ ਸੰਤ ਚੱਲ ਪਏ। ਸਮਾਂ ਆਉਣ ਦੇ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ, ਉਸ ਦਾ ਨਾਮ ਨਾਰਾਇਣ ਰੱਖਿਆ। ਇਹ ਦੋਵੇਂ ਜੀ ਹਰ ਸਮੇਂ ਪੁੱਤਰ ਨਾਰਾਇਣ ਨਾਲ ਪਰਚੇ ਰਹਿੰਦੇ। ਅਜਾਮਲ ਦਾ ਅੰਤ ਸਮਾਨ ਪਹੁੰਚਿਆ। ਯਮਦੂਤ ਇਹਦੀ ਜਿੰਦ ਕੱਢਣ ਲਈ ਆਏ। ਅਜਾਮਲ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਕਿ ਪੁੱਤਰ ਨਾਰਾਇਣ, ਮੈਨੂੰ ਇਹਨਾਂ ਯਮਦੂਤਾਂ ਕੋਲੋਂ ਬਚਾ ਲੈ। ਇਹ ਸੁਣ ਕੇ ਯਮਦੂਤ ਡਰ ਗਏ ਕਿ ਨਾਰਾਇਣ ਦਾ ਨਾਮ ਲੈਣ ਵਾਲੇ ਨੂੰ ਅਸੀਂ ਕਿਵੇਂ ਲਿਜਾ ਸਕਦੇ ਹਾਂ। ਪੁੱਤਰ ਨਾਰਾਇਣ ਕਹਿੰਦੇ ਹਾਂ। ਜਦੋਂ ਇਕੱਲਾ ਨਾਰਾਇਣ ਨਾਰਾਇਣ ਹੀ ਰਹਿ ਗਿਆ, ਤਦੋਂ ਇਹਨੂੰ ਲੈਣ ਵਾਸਤੇ ਰਾਮ ਗਣ ਆ ਗਏ ਅਤੇ ਅਜਾਮਲ ਦੇ ਜੀਵਾਤਮਾ ਨੂੰ ਬਿਬਾਨ ਦੇ ਵਿੱਚ ਸਵਾਰ ਕਰ ਲਿਆ। ਤਾਂ ਯਮਦੂਤਾਂ ਨੇ ਕਿਹਾ, ਹੇ ਰਾਮ ਗਣੋ, ਇਹ ਤਾਂ ਬਹੁਤ ਵੱਡਾ ਪਾਪੀ ਹੈ, ਤੁਸੀਂ ਇਸ ਨੂੰ ਕਿੱਥੇ ਲਿਜਾ ਰਹੇ ਹੋ? ਤਾਂ ਰਾਮਗਣਾਂ ਨੇ ਉੱਤਰ ਦਿੱਤਾ ਕਿ ਪਾਪੀ ਸੀ, ਪਰੰਤੂ ਅੰਤ ਸਮੇਂ ਇਹਨੇ ਨਾਰਾਇਣ ਨੂੰ ਪੁਕਾਰਿਆ ਹੈ, ਇਸ ਲਈ ਹੇ ਯਮਦੂਤੋ, ਹੁਣ ਸਾਡੇ ਨਾਲ ਇਹ ਬੈਕੁੰਠ ਧਾਮ ਜਾ ਰਹੀ ਹੈ। ਤੇ ਨਾਲ ਹੀ ਨਹੀਂ ਗਿਆ, ਸਗੋਂ ਬੈਕੁੰਠ ਦਾ ਵਾਸੀ ਬਣ ਗਿਆ। ਇਉਂ ਭਾਵੇਂ ਪੁੱਤਰ ਦਾ ਨਾਮ ਰੱਖਿਆ ਹੋਣ ਕਾਰਨ ਹੀ ਪ੍ਰਭੂ ਦਾ ਨਾਮ ਲਿਆ, ਪਰ ਅਜਾਮਲ ਸਾਧ ਸੰਗਤ ਦੀ ਜਮਾ ਤੋਂ ਬਚ ਕੇ ਬੈਕੁੰਠ ਦੇ ਵਿੱਚ ਉਸ ਦਾ ਨਿਵਾਸ ਹੋਇਆ। ਇਹ ਨਾਮ ਦੀ ਮਹਿਮਾ ਹੈ ਕਿ ਅਜਾਮਲ ਜਮਾਂ ਦੇ ਦੇਸ਼ ਨੂੰ ਨਹੀਂ ਗਿਆ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੀ ਨਿਸਤਾਰਾ। ਇੱਕ ਨਿਮਖ ਦੇ ਵਿੱਚ ਨਾਰਾਇਣ ਨਾਮ ਕਹਿਣ ਦੇ ਨਾਲ ਅਜਾਮਲ ਪਾਪੀ ਦਾ ਜਗਤ ਤੋਂ ਪਾਰ ਉਤਾਰਾ ਹੋਇਆ। ਸੋ ਇਸ ਤੋਂ ਅੱਗੇ ਸਤਿਗੁਰੂ ਜੀ ਦੂਸਰੀ ਸਾਖੀ ਪ੍ਰਾਰੰਭ ਕਰਦੇ ਹਨ। ਬਾਲਮੀਕੈ ਹੋਆ ਸਾਧ ਸੰਗ। ਵਾਲਮੀਕ ਦੇ ਤਾਈਂ ਵੀ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਪ੍ਰਾਪਤ ਹੋਇਆ ਸੀ। ਤਦੋਂ ਉਹ ਸਿਮਰਨ ਭਜਨ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਸੀ। ਵਾਲਮੀਕ ਨਾਮ ਦੇ ਦੋ ਰਿਖੀ ਹੋਏ ਹਨ। ਇੱਕ ਤ੍ਰੇਤੇ ਯੁੱਗ ਵਿੱਚ ਹੋਇਆ, ਜਿਨਨੇ ਭਗਵਾਨ ਰਾਮਚੰਦਰ ਜੀ ਦੇ ਜਨਮ ਤੋਂ 10,000 ਸਾਲ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਸੀ। ਆਪਾਂ ਉਹਦੀ ਗੱਲ ਨਹੀਂ ਕਰਾਂਗੇ। ਉਹ ਗੁਰੂ ਮੰਨਦੇ ਨੇ ਲੋਕ, ਜਿਹੜੇ ਵਾਲਮੀਕੀ ਪੰਥ ਵਾਲੇ ਨੇ ਉਹਨੂੰ ਗੁਰੂ ਮੰਨਦੇ ਨੇ, ਰਾਮਚੰਦਰ ਦੀ ਰਮਾਇਣ ਲਿਖਣ ਵਾਲੇ ਨੂੰ। ਇੱਥੇ ਜਿਹੜੇ ਵਾਲਮੀਕ ਦੀ ਸਾਖੀ ਅਸੀਂ ਸੁਣਾਉਣ ਲੱਗੇ ਹਾਂ, ਕੋਈ ਭੁਲੇਖਾ ਨਾ ਖਾ ਜਾਏ, ਅਸੀਂ ਗੁਰੂ ਦੀ ਸਾਖੀ ਨਹੀਂ ਸੁਣਾ ਰਹੇ ਹਾਂ ਜਿਹਨੂੰ ਲੋਕ ਗੁਰੂ ਮੰਨਦੇ ਨੇ। ਇਹ ਦੂਜਾ ਵਾਲਮੀਕ ਸੀਗਾ ਜਿਹੜਾ ਦੁਆਪਰ ਯੁੱਗ ਵਿੱਚ ਹੋਇਆ। ਇਹਦਾ ਜਨਮ
ਚੰਡਾਲਾਂ ਦੇ ਘਰ ਦਾ ਸੀਗਾ। ਇਸ ਘਰ 'ਚ ਜਨਮੇ ਸੀ ਜਿਹਨੂੰ ਉਸ ਸਮੇਂ ਦੇ ਧਰਮ ਦੇ ਆਗੂ ਬ੍ਰਾਹਮਣ ਨੀਚ ਅਤੇ ਅਪਵਿੱਤਰ ਮੰਨਦੇ ਸਨ। ਭਾਵੇਂ ਇਸ ਵਾਲਮੀਕ ਦਾ ਪਹਿਲਾ ਜੀਵਨ ਕਿਸੇ ਤਰ੍ਹਾਂ ਦਾ ਵੀ ਸੀ, ਪਰ ਜਦੋਂ ਇਹਨੂੰ ਪੂਰਨ ਮਹਾਂਪੁਰਖਾਂ ਦਾ ਮਿਲਾਪ ਹੋਇਆ, ਜਿਨ੍ਹਾਂ ਨੂੰ ਧਨ ਦੇ ਬਦਲੇ ਮਾਰਨ ਲੱਗਾ ਸੀ, ਉਹਨਾਂ ਦੇ ਕਹਿਣ 'ਤੇ ਕਿ ਜਿਸ ਪਰਿਵਾਰ ਬਦਲੇ ਤੂੰ ਇੰਨੇ ਪਾਪ ਕਰਦਾ ਉਹ ਅੰਤ ਸਮੇਂ ਤੇਰਾ ਸਾਥ ਨਹੀਂ ਦੇਣਗੇ। ਜਦੋਂ ਪਰਿਵਾਰ ਨੂੰ ਪੁੱਛਿਆ ਤਾਂ ਉਹਨਾਂ ਸਾਰਿਆਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਤੇਰੇ ਬਦਲੇ ਪਰਲੋਕ ਵਿੱਚ ਸਜ਼ਾ ਨਹੀਂ ਭੁਗਤ ਸਕਦੇ। ਤੇਰਾ ਫਰਜ਼ ਹੈ ਕਿ ਤੂੰ ਸਾਡੀ ਪਾਲਣਾ ਕਰ, ਭਾਵੇਂ ਜਿਵੇਂ ਮਰਜ਼ੀ ਕਰ। ਉੱਥੇ ਤਾਂ ਆਪੋ ਆਪਣੇ ਕਰਮਾਂ ਦਾ ਲੇਖਾ ਜੋਖਾ ਭੁਗਤਣਾ ਪੈਂਦਾ ਹੈ, ਕੋਈ ਵੀ ਕਿਸੇ ਦੀ ਸਹਾਇਤਾ ਨਹੀਂ ਕਰਦਾ। ਉਹ ਫਿਰ ਵਾਪਸ ਉਹਨਾਂ ਮਹਾਂਪੁਰਖਾਂ ਕੋਲ ਆਇਆ ਸੀ ਅਤੇ ਖਿਮਾ ਮੰਗੀ ਅਤੇ ਉਪਦੇਸ਼ ਦੀ ਯਾਚਨਾ ਕੀਤੀ। ਤਦ ਉਹਨਾਂ ਨੇ ਵੇਦਾਂ ਸ਼ਾਸਤਰਾਂ ਦੇ ਗਿਆਤੇ ਪੰਡਤਾਂ ਤੋਂ ਡਰਦੇ ਹੋਇਆਂ ਸਿੱਧਾ ਨਾਮ ਰਾਮ ਦੇਣ ਦੀ ਬਜਾਏ ਮਰਾ ਦਾ ਉਪਦੇਸ਼ ਦੇ ਦਿੱਤਾ, ਜੋ ਉਲਟ ਕੇ ਰਾਮ ਰਾਮ ਹੀ ਹੋ ਗਿਆ। ਫਿਰ ਇਹਨੇ ਸੰਸਾਰ ਤੋਂ ਉਪਰਾਮ ਹੋ ਕੇ ਐਸੀ ਬੰਦਗੀ ਕੀਤੀ ਜਿਸ ਦੀ ਬੰਦਗੀ ਦੇ ਪ੍ਰਤਾਪ ਕਰਕੇ ਇਹ ਵਾਲਮੀਕ ਚੌਹਾਂ ਕੁੰਡਾਂ ਵਿੱਚ ਜਾਣਿਆ ਗਿਆ ਅਤੇ ਇੱਕ ਮਹਾਨ ਰਿਸ਼ੀ ਬਣਿਆ। ਇਸ ਮਹਾਰਿਸ਼ੀ ਦੇ ਚਰਨ ਪਹਿਣ ਕਰਕੇ ਹੀ ਪਾਂਡਵਾਂ ਦਾ ਜੱਗ ਸੰਪੂਰਨ ਹੋਇਆ ਸੀ। ਜੋ ਦ੍ਰੋਪਦੀ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ, ਜਿੰਨੇ ਕਦਮ ਮੈਂ ਚੱਲ ਕੇ ਆਈ ਹਾਂ ਗਿਣ ਲਓ, ਉਹਦੇ ਵਿੱਚੋਂ 100 ਤੇ 1 ਸਮੇਤ ਜੱਗ ਦਾ ਫਲ ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ ਪਾਓ, ਪਰ ਚੱਲੋ ਜ਼ਰੂਰ। ਕ੍ਰਿਸ਼ਨ ਜੀ ਨੇ ਆਪ ਇਸ ਵਾਲਮੀਕ ਰਿਸ਼ੀ ਦੇ ਚਰਨ ਧੋਤੇ ਸਨ, ਕਿਉਂਕਿ ਕ੍ਰਿਸ਼ਨ ਜੀ ਨੇ ਸੇਵਾ ਹੀ ਚਰਨ ਧੋਣ ਦੀ ਲਈ ਸੀ ਜੱਗ ਵਿੱਚ। ਜਦੋਂ ਵਾਲਮੀਕ ਰਿਸ਼ੀ ਨੇ ਖਾਣ ਵਾਸਤੇ ਸਾਰੇ ਖੱਟੇ ਮਿੱਠੇ ਭੋਜਨ ਨੂੰ ਇਕੱਠੇ ਰਲਾ ਲਿਆ ਸੀ, ਉਸ ਵਕਤ ਦ੍ਰੋਪਦੀ ਨੇ ਸ਼ੰਕਾ ਕੀਤੀ ਸੀ ਕਿ ਇਹ ਨਾਮ ਜਪ ਕੇ ਰਿਸ਼ੀ ਦਾ ਬਣ ਗਿਆ, ਪਰ ਇਹਦੀ ਆਦਤ ਜਿਹੜੀ ਹੈ, ਸੁਭਾਅ ਹੈ, ਉਹ ਨੀਵੀਂ ਜਾਤ ਵਾਲਾ ਹੀ ਰਿਹਾ। ਜਿਵੇਂ ਅੱਜ ਕੱਲ੍ਹ ਵੀ ਆ ਜਿਹੜੇ ਬ੍ਰਾਹਮਣ ਆਦਿਕ ਜਾਂ ਪੰਜਾਬ ਤੋਂ ਬਾਹਰਲੇ ਲੋਕ ਨੇ, ਭਾਵੇਂ ਉਹ ਪ੍ਰਧਾਨ ਮੰਤਰੀ ਵੀ ਬਣ ਜਾਣ, ਫਿਰ ਵੀ ਉਹ ਹੱਥਾਂ ਦੇ ਨਾਲ ਹੀ ਚੌਲ ਖਾਂਦੇ ਨੇ, ਚਮਚੇ ਪਾਸੇ ਰੱਖ ਦਿੰਦੇ। ਜੇ ਚਮਚੇ ਦਿਓ ਵੀ ਅਤੇ ਚਮਚਿਆਂ ਨਾਲ ਨਹੀਂ ਖਾਂਦੇ, ਸੁਭਾਅ ਜੋ ਐਸਾ ਹੈ। ਅਤੇ ਵੈਸੇ ਜਿਹੜੇ ਡਾਈਟੀਸ਼ਨ ਨੇ, ਨਿਊਟ੍ਰੀਸ਼ਨ ਦੇਣ ਵਾਲੇ ਨੇ, ਉਹਨਾਂ ਦਾ ਵੀ ਇਹੀ ਖਿਆਲ ਹੈ ਕਿ ਸਟੀਲ ਦੇ ਚਮਚੇ ਨਾਲ ਖਾਣ ਦੀ ਬਜਾਏ ਜੇ ਹੱਥ ਨਾਲ ਭੋਜਨ ਖਾਧਾ ਜਾਏ ਅਤੇ ਉਹਦੇ ਨਾਲ ਜ਼ਿਆਦਾ ਤਾਕਤ ਮਿਲਦੀ ਹੈ। ਉਹਦੇ ਤੱਤ ਹੱਥਾਂ ਦੇ ਕੁਛ ਹੋਰ ਹੁੰਦੇ ਨੇ। ਸੋ ਰਹੋ ਵਿਚਾਰ, ਆਪ ਆਪਣਾ ਸੁਭਾਅ ਹੈ। ਜਦ ਦ੍ਰੋਪਦੀ ਨੇ ਸ਼ੰਕਾ ਕੀਤੀ ਕਿ ਵੇਖੋ ਖਾਣ ਦੀ ਵੀ ਜਾਚ ਨਹੀਂ, ਸਾਰਾ ਕੁਛ ਰਲਾ ਲਿਆ, ਉਸ ਵੇਲੇ ਕ੍ਰਿਸ਼ਨ ਨੇ ਦ੍ਰੋਪਦੀ ਦੀ ਸ਼ੰਕਾ ਮਿਟਣ ਵਾਸਤੇ ਵਾਲਮੀਕੀ ਰਿਸ਼ੀ ਨੂੰ ਪੁੱਛਿਆ ਕਿ ਹੇ ਰਿਸ਼ੀ ਜੀ, ਤੁਸੀਂ ਸਾਰੇ ਖੱਟੇ ਮਿੱਠੇ ਭੋਜਨ ਕਿਉਂ ਰਲਾ ਲਏ ਨੇ? ਤਦੋਂ ਵਾਲਮੀਕ ਨੇ ਕਿਹਾ, ਹੇ ਭਗਵਾਨ ਜੀ, ਮੈਂ ਸੋਚਿਆ ਕਿ ਜੇਕਰ ਮੈਂ ਤੁਹਾਨੂੰ ਮਿੱਠੇ ਭੋਜਨ ਦਾ ਭੋਗ ਲਵਾਇਆ ਤਾਂ ਕਿਤੇ ਤੁਹਾਨੂੰ ਸਲੂਣਾ ਭੋਜਨ ਖਾਣ ਦੀ ਇੱਛਾ ਨਾ ਹੋਵੇ। ਜੇ ਮੈਂ ਸਲੂਣੇ ਭੋਜਨ ਨੂੰ ਭੋਗ ਲਵਾ ਦਿੱਤਾ ਤਾਂ ਕਿਤੇ ਤੁਹਾਨੂੰ ਮਿੱਠਾ ਖਾਣ ਦੀ ਰੁਚੀ ਨਾ ਹੋਵੇ। ਇਸ ਲਈ ਮੈਂ ਸਾਰੇ ਭੋਜਨ ਇਕੱਠੇ ਕੀਤੇ ਨੇ ਕਿ ਜਿਹੜਾ ਵੀ ਭੋਜਨ ਤੁਹਾਨੂੰ ਚੰਗਾ ਲੱਗੇ ਤੁਸੀਂ ਉਹੀ ਛਕ ਲਵੋਗੇ। ਇਹ ਸੁਣ ਕੇ ਦ੍ਰੋਪਦੀ ਦੀ ਸ਼ੰਕਾ ਮਿਟ ਗਈ ਸੀ। ਸੋ ਵਾਲਮੀਕ ਹੁਆ ਸਾਧ ਸੰਗ, ਸਾਧੂਆਂ ਦੇ ਸੰਗ ਅਤੇ ਨਾਮ ਦੇ ਸਿਮਰਨ ਕਰਕੇ ਹੀ ਵਾਲਮੀਕ ਰਿਸ਼ੀ ਦਾ ਉਧਾਰ ਹੋਇਆ। ਸਾਨੂੰ ਵੀ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਤ੍ਰੂ ਕਉ ਮਿਲਿਆ ਹਰ ਨੇ ਸੰਗ, ਧਰੂ ਭਗਤ ਨੂੰ ਹਰੀ ਪਰਮਾਤਮਾ ਬਿਨਾਂ ਸ਼ੰਕਾ ਦੇ ਪ੍ਰਤੱਖ ਹੋ ਕੇ ਮਿਲਿਆ ਸੀ।
ਭਾਗਵਤ ਅਤੇ ਵਿਸ਼ਨੂੰ ਪੁਰਾਣ ਦੇ ਅਨੁਸਾਰ ਭਗਤ ਧਰੁਵ ਜੀ ਰਾਜਾ ਉਤਾਨਪਾਦ ਦਾ ਪੁੱਤਰ ਸੀ। ਰਾਜੇ ਉਤਾਨਪਾਦ ਦੀਆਂ ਦੋ ਇਸਤਰੀਆਂ ਸੁਨੀਤੀ ਅਤੇ ਸੁਰੁਚੀ ਸਨ। ਭਗਤ ਧਰੁਵ ਜੀ ਦਾ ਜਨਮ ਸੁਨੀਤੀ ਦੇ ਉਦਰ ਤੋਂ ਹੋਇਆ ਅਤੇ ਸੁਰੁਚੀ ਦੇ ਉਦਰ ਤੋਂ ਉੱਤਮ ਨਾਮ ਦੇ ਬਾਲਕ ਨੇ ਜਨਮ ਲਿਆ। ਰਾਜੇ ਦਾ ਸੁਰੁਚੀ ਨਾਲ ਹੀ ਰਾਣੀ ਨਾਲ ਜ਼ਿਆਦਾ ਪਿਆਰ ਸੀ। ਇੱਕ ਦਿਨ ਰਾਜੇ ਉਤਾਨਪਾਦ ਨੇ ਆਪਣੀ ਗੋਦੀ ਵਿੱਚ ਸੁਰੁਚੀ ਰਾਣੀ ਦੇ ਪੁੱਤਰ ਉੱਤਮ ਨੂੰ ਬਿਠਾਇਆ ਹੋਇਆ ਸੀ। ਆਪਣੇ ਭਰਾ ਉੱਤਮ ਨੂੰ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਵੇਖ ਕੇ ਧਰੁਵ ਵੀ ਆਪਣੇ ਪਿਤਾ ਦੀ ਗੋਦੀ ਵਿੱਚ ਜਾ ਬੈਠਾ। ਤਦੋਂ ਸੁਰੁਚੀ ਰਾਣੀ ਨੇ ਚਪੇੜਾ ਮਾਰ ਕੇ ਰਾਜੇ ਦੀ ਗੋਦੀ ਵਿੱਚੋਂ ਉਠਾ ਦਿੱਤਾ ਅਤੇ ਕਿਹਾ ਕਿ ਹੇ ਬਾਲਕ, ਇਸ ਗੋਦੀ ਵਿੱਚ ਬੈਠਣ ਦਾ ਅਧਿਕਾਰ ਸਿਰਫ ਮੇਰੇ ਉਦਰ ਤੋਂ ਪੈਦਾ ਹੋਏ ਬਾਲਕ ਉੱਤਮ ਦਾ ਹੀ ਹੈ। ਜੇ ਤੂੰ ਇਸ ਗੋਦੀ ਵਿੱਚ ਬੈਠਣ ਦਾ ਚਾਹਵਾਨ ਹੈ ਤਾਂ ਭਗਤੀ ਕਰ ਅਤੇ ਇੱਛਾ ਅਨੁਸਾਰ ਸਰੀਰ ਛੱਡ ਕੇ ਮੇਰੇ ਉਦਰ ਤੋਂ ਜਨਮ ਲੈ। ਧਰੁਵ ਇਹ ਸੁਣ ਕੇ ਰੋਂਦਾ ਰੋਂਦਾ ਆਪਣੀ ਮਾਂ ਸੁਨੀਤੀ ਦੇ ਕੋਲ ਆ ਕੇ ਗੋਦੀ ਵਿੱਚ ਬੈਠ ਗਿਆ ਅਤੇ ਹੌਕੇ ਲੈਂਦਾ ਹੋਇਆ ਕਹਿਣ ਲੱਗਾ ਕਿ ਮਾਂ, ਮੈਨੂੰ ਦੱਸ ਤੂੰ ਪਟਰਾਣੀ ਹੈ ਜਾਂ ਗੋਲੀ ਹੈ। ਧਰੁਵ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੀ ਉਠਾ ਲਿਆ, ਮਨ ਵਿੱਚ ਰੋਸ ਮਤਰਾਈ ਕੀਤਾ। ਡੁੱਡੋ ਹਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ, ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਦੇ ਰਾਜ ਮਿਲੈ, ਸ਼ਤਰੂ ਤੇ ਸਭ ਹੋਮਨ ਮੀਤਾ। ਪਰਮੇਸ਼ਰ ਆਰਾਧੀਐ, ਜਿਤੂ ਹੋਈਐ ਪਤਿਤ ਪੁਨੀਤਾ। ਹਾਰ ਚੱਲੇ ਕਹਿੰਦੇ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨੀ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। ਮਾਂ ਕਹਿਣ ਲੱਗੀ ਕਿ ਹਾਂ ਪੁੱਤਰ, ਤੇਰੀ ਮਤਰੇਈ ਮਾਂ ਸੱਚ ਆਖਦੀ ਹੈ ਕਿ ਤੂੰ ਮੇਰੇ ਜਿਹੀ ਅਭਾਗਣ ਦੇ ਉਦਰ ਤੋਂ ਜਨਮ ਲੈ ਕੇ ਰਾਜ ਸਿੰਘਾਸਨ 'ਤੇ ਕਿਵੇਂ ਬੈਠ ਸਕਦਾ ਹੈ। ਮੈਂ ਜਨਮ ਦੀ ਤਾਂ ਸਾਵਾਣੀ ਰਾਣੀ ਹਾਂ, ਪਰ ਪਰਮਾਤਮਾ ਦੀ ਭਗਤੀ ਭਜਨ ਸਿਮਰਨ ਨਾ ਕਰਨ ਕਰਕੇ ਹੁਣ ਗੋਲੀਆਂ ਵਰਗੀ ਹੋਈ ਪਈ ਆ। ਅੱਗੋਂ ਧਰੁਵ ਨੇ ਕਿਹਾ ਕਿ ਮਾਂ, ਫਿਰ ਕਿਸ ਉਦਮ ਕਰਕੇ ਰਾਜਗੱਦੀ ਦੀ ਪ੍ਰਾਪਤੀ ਹੋਵੇਗੀ। ਤਾਂ ਮਾਂ ਨੇ ਅੱਗੋਂ ਸਿੱਖਿਆ ਦਿੱਤੀ ਕਿ ਹੇ ਪੁੱਤਰ, ਪਰਮਾਤਮਾ ਦੀ ਬੰਦਗੀ ਕਰਕੇ ਹੀ ਸਾਰੇ ਰਾਜ ਭਾਗ ਦੇ ਸੁੱਖ ਪ੍ਰਾਪਤ ਹੁੰਦੇ ਨੇ। ਇਹ ਸੁਣ ਕੇ ਧਰੁਵ ਨੇ ਆਪਣੀ ਮਾਤਾ ਦੇ ਪੈਰਾਂ 'ਤੇ ਮੱਥਾ ਟੇਕਿਆ ਅਤੇ ਬਾਹਰ ਜੰਗਲ ਵਿੱਚ ਤਪੱਸਿਆ ਕਰਨ ਲਈ ਚੱਲ ਪਿਆ। ਤਦੋਂ ਰਸਤੇ ਵਿੱਚ ਇਸ ਨੂੰ ਨਾਰਦ ਮੁਨੀ ਜੀ ਮਿਲੇ। ਉਹਨਾਂ ਨੇ ਇਹਦੀ ਪ੍ਰੀਖਿਆ ਲੈ ਕੇ ਇਹਨੂੰ ਨਾਮ ਮੰਤਰ ਦਾ ਉਪਦੇਸ਼ ਦਿੱਤਾ। ਫਿਰ ਧਰੁਵ ਨੇ ਮਧੂਬਨ ਵਿੱਚ ਜਾ ਕੇ ਅਜਿਹਾ ਘੋਰ ਤਪ ਕੀਤਾ ਕਿ ਵਿਸ਼ਨੂੰ ਭਗਵਾਨ ਜੀ ਨੇ ਸਾਖਸ਼ਾਤ ਪ੍ਰਤੱਖ ਹੋ ਕੇ ਧਰੁਵ ਭਗਤ ਨੂੰ ਨਿਹਾਲ ਕੀਤਾ ਅਤੇ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਕੀਤੀਆਂ। ਫਿਰ ਜਦੋਂ ਧਰੁਵ ਤਪ ਕਰਕੇ ਵਾਪਸ ਆਇਆ ਤਾਂ ਇਸ ਦੇ ਪਿਤਾ ਨੇ ਸਾਰਾ ਰਾਜ ਭਾਗ ਇਸ ਨੂੰ ਦੇ ਦਿੱਤਾ। ਇਸ ਦਾ ਦੂਜਾ ਭਰਾ ਉੱਤਮ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਸੀ ਤਾਂ ਉੱਥੇ ਜੱਛਾਂ ਹੱਥੋਂ ਹੀ ਮਾਰਿਆ ਗਿਆ। ਇਸ ਦੀ ਮਤਰੇਈ ਮਾਂ ਸੁਰੁਚੀ ਆਪਣੇ ਪੁੱਤਰ ਨੂੰ ਲੱਭਣ ਲਈ ਜੰਗਲ ਦੀ ਡੌਂ ਅਗਨੀ ਵਿੱਚ ਸੜ ਕੇ ਮਰ ਗਈ ਸੀ। ਇਸ ਪ੍ਰਕਾਰ ਧਰੁਵ ਨਿਸ਼ਚਿੰਤ ਹੋ ਕੇ 36,000 ਵਰ੍ਹਾ ਆਗਰੇ ਵਿੱਚ ਰਾਜ ਕਰਦਾ ਰਿਹਾ। ਫਿਰ ਅਚਲ ਪਦਵੀ ਨੂੰ ਵੀ ਪ੍ਰਾਪਤ ਹੋਇਆ ਅਤੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਭਗਤੀ ਦਾ ਐਡਾ ਵੱਡਾ ਪ੍ਰਤਾਪ ਹੈ। ਇਉਂ ਧਰੁਵ ਕੋ ਮਿਲਿਆ ਹਰ ਨਿਸੰਗ। ਜਿਹੜਾ ਭਗਤ ਧਰੁਵ ਜੀ ਹੈ, ਇਸ ਨੂੰ ਪਰਮਾਤਮਾ ਬਿਨਾਂ ਸ਼ੰਕਾ ਦੇ ਪ੍ਰਤੱਖ ਹੋ ਕੇ ਮਿਲਿਆ ਸੀ। ਇਉਂ ਨਾਮ ਜਪਣ ਦੇ ਨਾਲ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਕਿਉਂ ਨਹੀਂ ਹੋਵੇਗੀ? ਕਿਉਂ ਵਾਹਿਗੁਰੂ ਪ੍ਰਸੰਨ ਨਹੀਂ ਹੋਵੇਗਾ? ਤੇਰੇ ਸੰਤਾਂ ਜਾਚੋ ਚਰਨ ਰੇਨਾ। ਇਹ ਸਾਖੀਆਂ ਸੁਣਾਉਣ ਦਾ ਇਹ ਭਾਵ ਹੈ ਕਿ ਹੇ ਪ੍ਰਭੂ, ਮੈਂ ਤੇਰੇ ਸ਼ਾਂਤ ਚਿੱਤ ਸੰਤਾਂ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਲੈ ਮਸਤਕ ਲਾਵਾਓ ਕਰ ਕਿਰਪਾ ਦੇਨਾ। हे ਪ੍ਰਭੂ, ਤੂੰ ਧੂੜੀ ਆਪਣੀ ਮਿਹਰ ਕਰਕੇ ਦੇਣਾ ਕਰ। ਮੈਂ ਉਸ ਧੂੜੀ ਨੂੰ ਲੈ ਕੇ ਆਪਣੇ ਮੱਥੇ ਉੱਪਰ ਲਾਉਣਾ ਕਰਾਂ। ਰਹਾਉ ਵਿਸ਼ਰਾਮ ਦੇ ਕੇ ਅੱਗੇ ਚੱਲਦੇ ਨੇ। ਗਨਕਾ ਉਦਰੀ ਹਰ ਕਹੈ ਤੋਤਾ। ਤੋਤੇ ਨੂੰ ਹਰੀ ਪ੍ਰਮਾਤਮਾ ਦਾ ਰਾਮ ਨਾਮ ਕਹਾਉਂਦੀ ਹੋਈ ਗਨਕਾ ਬੇਸਵਾ ਵੀ ਸੰਸਾਰ ਸਮੁੰਦਰ ਤੋਂ ਤਰ ਗਈ ਸੀ। ਜਾਂ ਤੋਤਾ ਰਾਮ ਰਾਮ ਕਹਿੰਦਾ ਸੀ ਤੇ ਗਨਕਾ ਵੀ ਰਾਮ ਰਾਮ ਕਹਿ ਕੇ ਉਧਰ ਗਈ ਸੀ। ਇੱਕ ਮਹਾਤਮਾ ਬਾਹਰ ਜੰਗਲ ਵਿੱਚ ਰਿਹਾ ਕਰਦੇ ਸਨ। ਇੱਕ ਦਿਨ ਉਹ ਨਗਰ ਵਿੱਚ ਆਏ। ਉਧਰੋਂ ਮੀਂਹ ਬਹੁਤ ਪੈਣ ਲੱਗ ਪਿਆ। ਸਿਆਲੇ ਦੀ ਰੁੱਤ ਸੀ। ਮਹਾਤਮਾ ਦੇ ਬਸਤਰ ਵੀ ਸਾਰੇ ਭਿੱਜ ਗਏ ਸਨ। ਮਹਾਤਮਾ ਨੇ ਉੱਥੇ ਸੱਥ ਵਿੱਚ ਬੈਠੇ ਲੋਕਾਂ ਨੂੰ ਕਿਹਾ ਕਿ ਸਾਡੇ ਸਾਰੇ ਬਸਤਰ ਭਿੱਜ ਗਏ ਨੇ, ਤੁਸੀਂ ਸਾਨੂੰ ਰਾਤ ਆਰਾਮ ਕਰਨ ਲਈ ਕਿਸੇ ਭਗਤ ਦਾ ਘਰ ਦੱਸ ਦੇਵੋ। ਤਾਂ ਜਿਹੜੇ ਸ਼ਰਾਬੀ ਕਬਾਬੀ ਤਾਸ਼ ਖੇਡਣ ਵਾਲੇ ਮਸ਼ਕਰੇ ਲੋਕ ਸਨ, ਉਹਨਾਂ ਲੋਕਾਂ ਨੇ ਮਹਾਤਮਾ ਨਾਲ ਮਸ਼ਕਰੀ ਕੀਤੀ। ਕਹਿਣ ਲੱਗੇ, ਆਓ ਭਗਤ ਦਾ ਘਰ ਹੈ। ਬੇਸਵਾ ਦੇ ਘਰ ਭੇਜ ਦਿੱਤਾ। ਜਦੋਂ ਮਹਾਤਮਾ ਜੀ ਉੱਥੇ ਪਹੁੰਚੇ ਤੇ ਉੱਥੋਂ ਦਾ ਠਾਠ ਬਾਠ ਵੇਖ ਕੇ ਪੈਰ ਪਿਸ਼ਾਬ ਵੱਲ ਨੂੰ ਪੁੱਟਣ ਲੱਗੇ। ਉਹ ਘੱਗਰਾ ਜਿਹਾ ਖਿਲਾਰ ਕੇ ਬਾਹਰ ਬੈਠੀ ਵੇਖ ਰਹੀ ਸੀ। ਉਧਰੋਂ ਵੇਸ਼ਵਾ ਦੀ ਨਿਗਾਹ ਮਹਾਂਪੁਰਖਾਂ ਦੇ ਪੈ ਗਈ। ਉਹਦੇ ਚੰਗੇ ਭਾਗ ਜਾਗੇ। ਵੈਸੇ ਤੁਸੀਂ ਵੀ ਕਿਤੇ ਖਿਆਲ ਕੀਤਾ ਹੋਊਗਾ, ਫੇਸ ਇੰਪ੍ਰੈਸ਼ਨ ਹੁੰਦਾ ਹੈ ਬੰਦੇ ਦਾ, ਜੋ ਤੁਹਾਡੇ ਦਿਲ ਵਿੱਚ ਚੱਲ ਰਿਹਾ ਹੈ। ਤੁਹਾਡੇ ਫੇਸ ਵੱਲ ਜਿਹੜਾ ਵੀ ਬੰਦਾ ਵੇਖੂਗਾ ਉਹ ਵੇਵਸ ਹੁੰਦੀਆਂ ਨੇ, ਉਸ ਤਰ੍ਹਾਂ ਦਾ ਅਸਰ ਹੋਊਗਾ। ਜੇ ਤੁਹਾਡਾ ਮਨ ਸ਼ਾਂਤ ਹੈ, ਇਸ ਵਕਤ ਸਾਰੀ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਆਈ ਹੈ ਤੇ ਭਗਤੀ 'ਚ ਹੈ। ਇਸ ਕਰਕੇ ਆਪਾਂ ਸਾਰੇ ਇੱਕ ਦੂਜੇ ਨਾਲ ਮਿਲੇ ਹੋਏ ਸ਼ਾਂਤ ਅਵਸਥਾ ਵਿੱਚ। ਜਦੋਂ ਵਿਆਹ ਸ਼ਾਦੀ ਹੁੰਦਾ ਹੈ ਉਦੋਂ ਮਨ ਚੰਚਲ ਹੋ ਜਾਂਦਾ ਹੈ, ਬਦੋ ਬਦੀ ਅੱਡੀ ਭੁੜਕਦੀ ਹੈ ਇੱਕ ਦੂਜੇ ਵੱਲ ਵੇਖ ਕੇ। ਕਾਰਨ ਕੀ ਹੈ? ਵੀ ਉਦੋਂ ਹਾਵ ਭਾਵ ਫੇਸ ਇੰਪ੍ਰੈਸ਼ਨ, ਜੋ ਅੰਦਰਲੀ ਭਾਵਨਾ ਹੁੰਦੀ ਹੈ, ਉਹ ਕੁਛ ਚੇਂਜ ਹੋਈ ਹੁੰਦੀ ਹੈ ਹਰੇਕ ਬੰਦੇ ਦੀ। ਜਦੋਂ ਕੋਈ ਚੜ੍ਹਾਈ ਕਰ ਗਿਆ ਹੋਵੇ, ਬੰਦਾ ਨਾਮ ਹੀ ਰੋਵੇ, ਰੋਂਦਿਆਂ ਵੱਲ ਵੇਖ ਕੇ ਉਹ ਫੇਸ ਇੰਪ੍ਰੈਸ਼ਨ ਹੁੰਦਾ, ਅੰਦਰਲੀਆਂ ਭਾਵਨਾਵਾਂ ਉਹ ਵੇਵਸ ਹੁੰਦੀਆਂ ਨੇ, ਬਦੋ ਬਦੀ ਬੰਦੇ ਦੇ ਮਨ 'ਚੋਂ ਰੋਣਾ ਆਉਂਦਾ ਹੈ। ਤਾਂ ਇਸ ਤਰ੍ਹਾਂ ਜੇ ਕੋਈ ਆਪ ਚੰਗਾ ਹੋਵੇ ਤਾਂ ਦੂਸਰੇ 'ਤੇ ਚੰਗਾ ਪ੍ਰਭਾਵ ਪਾ ਸਕਦਾ ਹੈ ਔਰ ਉਹਨੂੰ ਚੰਗਾ ਬਣਾ ਸਕਦਾ ਹੈ। ਪਰ ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਆਮ ਬੰਦਾ ਜਿਹੜਾ ਹੈ ਕਈ ਵਾਰ ਬੁਰੀ ਸੰਗਤ ਵਿੱਚ ਮਿਲ ਕੇ ਬੁਰਾ ਬਣ ਜਾਂਦਾ। ਜਿਸ ਵਕਤ ਉਹਦੇ ਚੰਗੇ ਭਾਗ ਜਾਗੇ ਤੇ ਉਹ ਮਹਾਂਪੁਰਖਾਂ ਦੇ ਚਰਨੀ ਪਈ, ਬੇਨਤੀ ਕਰਨ ਲੱਗੀ, ਮਹਾਰਾਜ ਮੈਂ ਬਹੁਤ ਪਾਪਣ ਹਾਂ, ਸਾਰੀ ਜ਼ਿੰਦਗੀ ਮੰਦ ਕਰਮੀ ਕਰਦੀ ਰਹੀ ਹਾਂ। ਮੇਰੇ ਕੋਲ ਤਾਂ ਬਹੁਤ ਸਾਰੇ ਪਾਪੀ ਮੰਦ ਦ੍ਰਿਸ਼ਟੀ ਵਾਲੇ ਵਿਸ਼ਈ ਪੁਰਖੀ ਆਉਂਦੇ ਨੇ। ਤੁਸੀਂ ਅਚਾਨਕ ਹੀ ਮੇਰੇ ਘਰ ਆਏ ਹੋ, ਕਿਰਪਾ ਕਰਕੇ ਮੇਰਾ ਵੀ ਉਧਾਰ ਕਰੋ। ਮਹਾਂਪੁਰਖਾਂ ਨੂੰ ਉਹਦੀ ਬੇਨਤੀ ਸੁਣ ਕੇ ਦਿਆਲਤਾ ਆਈ ਤੇ ਉਹਦਾ ਉਧਾਰ ਕਰਨ ਲਈ ਕਿਹਾ ਕਿ ਤੂੰ ਅੱਗੇ ਵਾਸਤੇ ਵੇਸ਼ਵਾ ਦਾ ਪੇਸ਼ਾ ਛੱਡ ਦੇ ਤੇ ਰਾਮ ਦਾ ਨਾਮ ਜਪਿਆ ਕਰ। ਉਹਨੇ ਕਿਹਾ, ਮਹਾਰਾਜ ਮੈਂ ਕਦੇ ਰਾਮ ਨਾਮ ਜਪਿਆ ਹੀ ਨਹੀਂ ਤੇ ਮੇਰੀ ਆਦਤ ਹੀ ਨਹੀਂ ਹੈ, ਮੈਨੂੰ ਪਤਾ ਹੀ ਨਹੀਂ ਕਿ ਰਾਮ ਨਾਮ ਜਪੀਦਾ ਕਿਵੇਂ ਹੈ। ਤਾਂ ਮਹਾਂਪੁਰਖਾਂ ਨੇ ਸੁਤੇ ਸਿੱਧ ਕਿਹਾ, ਕਿਆ ਸਾਡੇ ਪਾਸੋਂ ਤੋਤਾ ਇੱਕ ਰੱਖ ਲਾ, ਇਸ ਤੋਤੇ ਨੂੰ ਅਸੀਂ ਰਾਮ ਨਾਮ ਜਪਾਉਣ ਦਾ ਸੁਭਾਅ ਬਣਾਇਆ ਹੋਇਆ, ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਰਾਮ ਨਾਮ ਜਪਿਆ ਕਰੀ ਤੇ ਤੋਤੇ ਕੋਲੋਂ ਰਾਮ ਨਾਮ ਸੁਣਿਆ ਕਰੀ।
ਪਰਮਾਤਮਾ ਭਲਾ ਕਰੇਗਾ। ਇਉਂ ਆਖ ਕੇ ਮਹਾਂਪੁਰਖ ਚਲੇ ਗਏ। ਮਹਾਂਪੁਰਖਾਂ ਦੀ ਕਿਰਪਾ ਵਾਲੇ ਬਚਨ ਸੁਣ ਕੇ ਅਤੇ ਮੰਨ ਕੇ ਤੋਤੇ ਨੂੰ ਉਹਨੇ ਆਪਣੇ ਕੋਲ ਰੱਖ ਲਿਆ ਅਤੇ ਮਹਾਂਪੁਰਖਾਂ ਦੇ ਦੱਸੇ ਅਨੁਸਾਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪ ਪਰਮਾਤਮਾ ਦਾ ਨਾਮ ਜਪਿਆ ਕਰੇ, ਤੋਤੇ ਕੋਲੋਂ ਜਪਾਇਆ ਕਰੇ ਅਤੇ ਸੁਣਿਆ ਕਰੇ। ਇਉਂ ਪਰਮਾਤਮਾ ਨਾਲ ਬਹੁਤ ਪ੍ਰੇਮ ਜਾਗ ਪਿਆ। ਰਾਤ ਨੂੰ ਸੌਣਾ ਵੀ ਛੱਡ ਦਿੱਤਾ। ਵਾਹਿਗੁਰੂ ਦਾ ਨਾਮ ਜਪਣ ਤੋਂ ਭੁੱਖ ਵੀ ਨਹੀਂ ਲੱਗਦੀ ਅਤੇ ਨੀਂਦ ਵੀ ਨਹੀਂ ਆਉਂਦੀ, ਘਟ ਜਾਂਦੀ ਹੈ। ਇੱਕ ਰਸ ਪਰਮਾਤਮਾ ਦੇ ਨਾਮ ਦਾ ਉਹ ਚਿੰਤਨ ਕਰਨ ਲੱਗ ਪਈ। ਇੱਕ ਦਿਨ ਹਨੇਰੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਤੋਤੇ ਨੂੰ ਪਿੰਜਰੇ 'ਚ ਡੰਗ ਮਾਰ ਕੇ ਮਾਰ ਦਿੱਤਾ ਅਤੇ ਆਪ ਕੁੰਡਲ ਮਾਰ ਕੇ ਉਸ ਪਿੰਜਰੇ ਵਿੱਚ ਹੀ ਬੈਠ ਗਿਆ। ਹਨੇਰੇ ਵਿੱਚ ਹੀ ਨਿੱਤ ਦੇ ਨੇਮ ਅਨੁਸਾਰ ਗਣਕਾ ਤੋਤੇ ਨੂੰ ਰਾਮ ਰਾਮ ਕਹਾਉਣ ਲੱਗੇ, ਪਰੰਤੂ ਪਿੰਜਰੇ ਵਿੱਚੋਂ ਤੋਤੇ ਦੀ ਕੋਈ ਆਵਾਜ਼ ਨਾ ਆਈ। ਉਹਨੇ ਸੋਚਿਆ ਵੀ ਤੋਤਾ ਸੁੱਤਾ ਪਿਆ ਹੋਵੇਗਾ। ਤੋਤੇ ਨੂੰ ਜਗਾਉਣ ਲਈ ਪਿੰਜਰੇ ਦੇ ਬੂਹੇ ਰਾਹੀਂ ਜਦੋਂ ਪਿੰਜਰੇ 'ਚ ਹੱਥ ਪਾਇਆ ਤਾਂ ਸੱਪ ਨੇ ਗਣਕਾ ਨੂੰ ਡੱਸ ਲਿਆ। ਸੱਪ ਸੀ ਜ਼ਹਿਰੀਲਾ, ਇੱਕਦਮ ਜ਼ਹਿਰ ਚੜ੍ਹ ਗਈ। ਮੂੰਹ ਦੇ ਵਿੱਚ ਉਹਦੇ ਰਾਮ ਨਾਮ ਹੀ ਸੀਗਾ। ਰਾਮ ਨਾਮ ਕਹਿੰਦੀ ਉਹਦੇ ਪ੍ਰਾਣ ਨਿਕਲ ਗਏ। ਅੰਤ ਵੇਲੇ ਰਾਮ ਦਾ ਨਾਮ ਲੈਣ ਕਰਕੇ ਬੈਕੁੰਠ ਧਾਮ ਦੀ ਵਸਨੀਕ ਹੋ ਗਈ। ਇਸੇ ਹੀ ਪ੍ਰਕਰਨ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ 10ਵੀਂ ਵਾਰ ਦੇ ਵਿੱਚ 21ਵੀਂ ਪੌੜੀ ਦੇ ਅੰਦਰ ਬੜਾ ਸੁੰਦਰ ਦਰਜ ਕੀਤਾ ਹੈ। ਗਣਕਾ ਪਾਪਣ ਹੋਈ ਕੈ ਪਾਪਾਂ ਦਾ ਗਲ ਹਾਰ ਪਰੋਤਾ। ਇੱਕ ਪਾਪ ਨਹੀਂ, ਹਾਰ ਹੀ ਬਣਾ ਕੇ ਗਲ 'ਚ ਪਾ ਲਿਆ ਪਾਪਾਂ ਦਾ। ਮਹਾਂਪੁਰਖ ਆ ਚਾਣ ਚੱਕ ਗਣਕਾ ਵਾੜੇ ਆਈ ਖਲੋਤਾ। ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸਨੂੰ ਦਿੱਤੋਣ ਤੋਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤ। ਲਿਵ ਲਾਗੀ ਤਿਸ ਤੋਤਿਓ ਨਿਤ ਪੜ੍ਹਾਈ ਕਰੇ ਅਸੋਤਾ। ਪਤਿ ਉਦਾਹਰਣ ਰਾਮ ਨਾਮ ਦੁਰਮਤ ਭਾਵ ਕਲੇਵਰ ਧੋਤਾ। ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨ ਖਾਧ ਸੁਗੋਤਾ। ਗਈ ਬੈਕੁੰਠ ਬਿਬਾਨ ਚੜ੍ਹ ਨਾਉ ਨਰਾਇਣ ਛੋਤ ਅਛੋਤਾ। ਤਾਉ ਨ ਥਾਵੈ ਮਾਨ ਮਨੋਤਾ। ਦੂਸਰੀ ਗਣਕਾ ਰਾਜੇ ਜਨਕ ਦੇ ਵੇਲੇ ਹੋਈ ਹੈ, ਜੋ ਜਨਕਪੁਰੀ ਵਿੱਚ ਰਹਿੰਦੀ ਸੀ, ਜਿਸ ਦਾ ਨਾਮ ਸੀ ਪਿੰਗਲਾ। ਇੱਕ ਦਿਨ ਇਹਨੇ ਇੱਕ ਧਨੀ ਸੁੰਦਰ ਅਤੇ ਜਵਾਨ ਪੁਰਖ ਵੇਖਿਆ ਅਤੇ ਕਾਮ ਨਾਲ ਵਿਆਕੁਲ ਹੋ ਗਈ, ਪਰ ਉਹ ਪੁਰਖ ਪਿੰਗਲਾ ਪਾਸ ਨਹੀਂ ਆਇਆ, ਜਿਸ ਤੋਂ ਉਹਦੀ ਸਾਰੀ ਰਾਤ ਬੇਚੈਨੀ 'ਚ ਬੀਤੀ। ਅਤੇ ਅੰਮ੍ਰਿਤ ਵੇਲੇ ਨੂੰ ਉਹਦੇ ਮਨ 'ਚ ਵੈਰਾਗ ਉਤਪੰਨ ਹੋਇਆ ਕਿ ਜੇਕਰ ਅਜਿਹਾ ਪ੍ਰੇਮ ਈਸ਼ਵਰ ਵਿੱਚ ਲਾਉਂਦੀ ਤਾਂ ਬਹੁਤ ਉੱਤਮ ਫਲ ਪ੍ਰਾਪਤ ਹੁੰਦਾ। ਇਸ ਪ੍ਰਕਾਰ ਉਹ ਪਰਮਾਤਮਾ ਦੇ ਸਿਮਰਨ ਵਿੱਚ ਲੱਗ ਕੇ ਮੁਕਤ ਹੋਈ। ਜਾਂ ਇਸ ਪ੍ਰਕਾਰ ਵੀ ਮੰਨਿਆ ਜਾਂਦਾ ਹੈ ਕਿ ਰਾਜੇ ਜਨਕ ਦੇ ਸਰੀਰ ਉੱਪਰ ਮੋਹਤ ਹੋ ਗਈ। ਜਦੋਂ ਵੀ ਉਹਦੀ ਸਭਾ ਲੱਗਦੀ ਤਦੋਂ ਉਸਦੇ ਚਿਹਰੇ ਵੱਲ ਹੀ ਤੱਕਦੀ ਰਹਿੰਦੀ ਸੀ। ਇੱਕ ਦਿਨ ਰਾਜਾ ਜਨਕ ਰਿਖੀਆਂ ਨਾਲ ਵਿਚਾਰ ਗੋਸ਼ਟੀ ਕਰ ਰਿਹਾ ਸੀ। ਤਦੋਂ ਉਹਨਾਂ ਦੀ ਵਿਚਾਰ ਸੁਣ ਕੇ ਵੇਸ਼ਵਾ ਨੂੰ ਆਪਣੇ ਉੱਪਰ ਬਹੁਤ ਗਿਲਾਨੀ ਹੋਈ ਅਤੇ ਆਪਣੇ ਕਰਮਾਂ ਨੂੰ ਧਰਕਾਰਿਆ। ਫਿਰ ਇਹਨੇ ਰਿਖੀਆਂ ਦੇ ਉਪਦੇਸ਼ ਨੂੰ ਕਮਾ ਕੇ ਤਪ ਕੀਤਾ ਅਤੇ ਮੁਕਤੀ ਨੂੰ ਪ੍ਰਾਪਤ ਹੋਈ ਸੀ। ਇਉਂ ਗਣਕਾ ਉਧਰੀ ਹਰ ਕਹਿ ਤੋਤ। ਤੋਤੇ ਨੂੰ ਹਰੀ ਰਾਮ ਨਾਮ ਕਹਾਉਂਦੀ ਹੋਈ ਗਣਕਾ ਵੀ ਉਧਰ ਗਈ। ਗਾਜੇਂਦਰ ਤੇ ਆਇਓ ਹਰ ਕੀਓ ਮੋਖਾ। ਜਦੋਂ ਤੰਦੂਏ ਦੇ ਜਾਲ ਵਿੱਚ ਫਸੇ ਹੋਏ ਗਜਿੰਦਰ ਐਰਾਵਤ ਹਾਥੀਆਂ ਦੇ ਸਰਦਾਰ ਵੱਡੇ ਹਾਥੀ ਨੇ ਪਰਾਬਾਣੀ ਦੁਆਰਾ ਪਰਮਾਤਮਾ ਨੂੰ ਰੱਦ ਨਾ ਕੀਤਾ ਸੀ, ਤਦੋਂ ਹਰੀ ਪਰਮਾਤਮਾ ਨੇ ਤੰਦੂਏ ਦੀਆਂ ਤਾਰਾਂ ਕੱਢ ਕੇ ਹਾਥੀ ਨੂੰ ਮੁਕਤ ਕੀਤਾ ਸੀ। ਚੰਦਰਕ ਮੁਨੀ ਹਰੀ ਹਰ ਖੇਤਰ ਜੋ ਪਟਨਾ ਸਾਹਿਬ ਤੋਂ ਗੰਗਾ ਵਾਲੇ ਪਾਸੇ ਦੇ ਸੁਸ਼ੋਭਿਤ ਹੈ, ਜਿੱਥੇ ਕੱਤਕ ਦੀ ਪੂਰਨਮਾਸ਼ੀ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ।
ਉੱਥੇ ਚੰਦਰਕ ਮੁਨੀ ਬੈਠਾ ਤਪ ਕਰ ਰਿਹਾ ਸੀ। ਇਹਨੇ ਉੱਥੇ ਆਪਣੀ ਕੁੜੀਆ ਕੋਲ ਇੱਕ ਬਹੁਤ ਸੁੰਦਰ ਫੁੱਲਾਂ ਦੀ ਬਗੀਚੀ ਲਾਈ ਹੋਈ ਸੀ। ਇੱਕ ਰਾਜਾ ਆਪਣੇ ਰਾਜ ਦੇ ਅਭਿਮਾਨ ਦੇ ਸਹਿਤ ਸੁੰਦਰ ਬਗੀਚੀ ਵੇਖ ਕੇ ਹਾਥੀ ਸਮੇਤ ਉਹਦੇ ਵਿੱਚ ਆ ਵੜਿਆ। ਹਾਥੀ ਨੇ ਬਗੀਚੀ ਦੀਆਂ ਵੇਲਾਂ ਦਾ ਨੁਕਸਾਨ ਕਰ ਦਿੱਤਾ, ਫੁੱਲ ਤੇ ਵੇਲਾਂ ਤੋੜ ਭੰਨ ਦਿੱਤੀਆਂ। ਜਦੋਂ ਮੁਨੀ ਨੂੰ ਪਤਾ ਲੱਗਿਆ ਕਿ ਰਾਜੇ ਨੇ ਆਹ ਕਰਤੂਤ ਕੀਤੀ ਹੈ, ਤਦੋਂ ਮੁਨੀ ਨੇ ਰਾਜੇ ਪਾਸ ਜਾ ਕੇ ਕਿਹਾ, ਹੇ ਰਾਜਨ, ਹਾਥੀ 'ਤੇ ਬੈਠ ਕੇ ਆਪਣੇ ਰਾਜ ਦਾ ਮਾਣ ਕਰਦਾ ਹੈ, ਜਾ ਤੈਨੂੰ ਹਾਥੀ ਦੀ ਜੂਨ ਪ੍ਰਾਪਤ ਹੋਵੇ। ਉਹ ਰਾਜਾ ਮਰਨ ਤੋਂ ਬਾਅਦ ਹਾਥੀ ਦੀ ਜੂਨ ਨੂੰ ਪ੍ਰਾਪਤ ਹੋਇਆ। ਜਦੋਂ ਇਸ ਗੱਲ ਦਾ ਪਤਾ ਰਾਜੇ ਦੇ ਭਰਾ ਨੂੰ ਲੱਗਿਆ ਤਾਂ ਕ੍ਰੋਧ ਵਿੱਚ ਚੰਦਰਕ ਮੁਨੀ ਵੱਲ ਤੁਰ ਪਿਆ। ਉਸ ਵੇਲੇ ਮੁਨੀ ਹਰੀਹਰ ਖੇਤਰ 'ਤੇ ਇਸ਼ਨਾਨ ਕਰਨ ਲਈ ਆਇਆ ਹੋਇਆ ਸੀ। ਜਦੋਂ ਮੁਨੀ ਨੇ ਇਸ਼ਨਾਨ ਲਈ ਪਾਣੀ ਚੁਬਕੀ ਮਾਰੀ, ਤਦੋਂ ਪਾਣੀ ਦੇ ਵਿੱਚ ਬੈਠੇ ਰਾਜੇ ਦੇ ਭਰਾ ਨੇ ਮੁਨੀ ਦੀ ਅੱਡੀ ਪਕੜ ਲਈ। ਅਤੇ ਤਦੋਂ ਮੁਨੀ ਜੀ ਕਹਿਣ ਲੱਗੇ, ਗਰਾਹਗੀਰ ਗਰਾਹਗੀਰ। ਤਾਂ ਰਾਜੇ ਦੇ ਭਰਾ ਨੇ ਬਾਹਰ ਨਿਕਲ ਕੇ ਕਿਹਾ ਕਿ ਮੈਂ ਗਰਾਹਗੀਰ ਨਹੀਂ, ਰਾਜੇ ਦਾ ਭਰਾ ਹਾਂ, ਜਿਹਨੂੰ ਤੂੰ ਹਾਥੀ ਬਣਨ ਦਾ ਸ਼ਰਾਪ ਦਿੱਤਾ ਹੈ। ਤਦ ਮੁਨੀ ਨੇ ਉਹਨੂੰ ਵੀ ਸ਼ਰਾਪ ਦਿੱਤਾ ਕਿ ਜਾ ਤੂੰ ਵੀ ਗਰਾਹ ਬਣ। ਇਉਂ ਦੋਵੇਂ ਭਰਾ, ਇੱਕ ਹਾਥੀ ਅਤੇ ਦੂਜਾ ਤੰਦੂਆ ਬਣੇ ਸਨ। ਜਾਂ ਭਗਤਮਾਲ ਵਿੱਚ ਪ੍ਰਸੰਗ ਆਉਂਦਾ ਹੈ ਕਿ ਹਾਥੀ ਅਤੇ ਤੰਦੂਆ ਦੋਵੇਂ ਗੰਧਰਵ ਦੇ ਪੁੱਤਰ ਸਨ। ਪਿਤਾ ਦੇ ਗੁਜ਼ਰਨ ਤੋਂ ਬਾਅਦ ਜਦ ਆਪਸ ਵਿੱਚ ਜਾਇਦਾਦ ਵੰਡਣ ਲੱਗੇ ਤਾਂ ਵੱਡੇ ਭਰਾ ਹਾਥੀ ਨੇ ਛੋਟੇ ਭਰਾ ਤੰਦੂਏ ਨੂੰ ਕੁਝ ਨਾ ਦਿੱਤਾ। ਇਹਨਾਂ ਦੋਵਾਂ ਭਰਾਵਾਂ ਦੀ ਵਾਕ ਸਿੱਧੀ ਸੀ। ਤਾਂ ਛੋਟੇ ਭਰਾ ਤੰਦੂਏ ਨੇ ਕਿਹਾ, ਜਾ ਤੂੰ ਹਾਥੀ ਬਣੇ। ਤਾਂ ਵੱਡੇ ਭਰਾ ਹਾਥੀ ਨੇ ਕਿਹਾ, ਜਾ ਤੂੰ ਤੰਦੂਆ ਬਣੇ। ਛੋਟਾ ਭਰਾ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਭਰਾਵਾ, ਮੈਂ ਤੈਨੂੰ ਹੀ ਫੜਾਂਗਾ। ਇਉਂ ਕਹਿ ਦੋਵਾਂ ਨੇ ਜਨਮ ਲਿਆ, ਹਾਥੀ ਅਤੇ ਤੰਦੂਏ ਬਣੇ। ਹਰੀਹਰ ਖੇਤਰ 'ਤੇ ਇਹਨਾਂ ਦੀ ਆਪਸ ਵਿੱਚ ਝਪਟ ਹੋਈ। ਇਹ ਵੀ ਪ੍ਰਸੰਗ ਆਉਂਦਾ ਹੈ ਕਿ ਹਾ ਅਤੇ ਹੂ ਦੇਵਤਿਆਂ ਦੀ ਰਾਗੀ ਸਨ। ਹਾ ਹੂ ਗੰਧਰਵ ਅਪਸਰਾ ਬਾਣੀ ਵਿੱਚ ਵੀ ਆਉਂਦਾ ਹੈ। ਇਹ ਰਾਗ ਵਿਦਿਆ ਕਰਕੇ ਬਹੁਤ ਅਭਿਮਾਨੀ ਹੋ ਗਏ, ਜਿਸ ਅਭਿਮਾਨ ਕਰਕੇ ਕੇਵਲ ਲਿਖੀ ਦੇ ਸ਼ਰਾਪ ਨਾਲ ਇਹ ਹਾਥੀ ਅਤੇ ਤੰਦੂਆ ਬਣੇ ਸਨ। ਸੋ ਤੰਦੂਆ ਹਰੀਹਰ ਖੇਤਰ ਵਿੱਚ ਪਾਣੀ ਅੰਦਰ ਆਪਣੀਆਂ ਤਾਰਾਂ ਖਿਲਾਰ ਕੇ ਬੈਠਾ ਹੋਇਆ ਸੀ ਅਤੇ ਹਾਥੀ ਆਪਣੇ ਪਰਿਵਾਰ ਸਮੇਤ ਉਸ ਨਦੀ ਵਿੱਚ ਪਾਣੀ ਪੀਣ ਲਈ ਆ ਵੜਿਆ। ਤੰਦੂਏ ਨੇ ਆਪਣੇ ਜਾਲ ਵਿੱਚ ਹਾਥੀ ਨੂੰ ਫਸਾ ਲਿਆ ਅਤੇ ਡੂੰਘੇ ਪਾਣੀ ਵਿੱਚ ਲੈ ਗਿਆ। ਹਾਥੀ ਨੂੰ ਮੁਸੀਬਤ ਵਿੱਚ ਫਸਿਆ ਵੇਖ ਕੇ ਇਸ ਦੇ ਪਰਿਵਾਰ ਵਾਲਾ ਕੋਈ ਵੀ ਇਸ ਨੂੰ ਬਚਾਉਣ ਲਈ ਨਹੀਂ ਆਇਆ। ਤਾਂ ਹਾਥੀ ਨੇ ਹਰ ਪਾਸਿਓਂ ਆਪਣੀ ਜਾਨ ਸੰਕਟ ਵਿੱਚ ਦੇਖੀ। ਅਜੇ ਡੂੰਘੇ ਪਾਣੀ ਵਿੱਚ ਡੁੱਬਣੀ ਵਾਲਾ ਸੀ ਕਿ ਅਚਾਨਕ ਇੱਕ ਕਮਲ ਪਾਣੀ ਵਿੱਚ ਤੈਰਦਾ ਹੋਇਆ ਇਹਨੂੰ ਦਿਖਿਆ, ਜਿਹਨੂੰ ਸੁੰਡ ਨਾਲ ਚੁੱਕ ਕੇ ਇਹਨੇ ਪਰਮਾਤਮਾ ਨੂੰ ਕਮਲ ਦੀ ਭੇਟ ਅਰਪਣ ਕਰਕੇ ਸਹਾਇਤਾ ਲਈ ਪੁਕਾਰ ਕੀਤੀ। ਤਦੋਂ ਇਸ ਦੀ ਪੁਕਾਰ ਸੁਣੀ ਗਈ। ਕਰ ਧਰੇ ਚੱਕਰ ਬੈਕੁੰਠ 'ਤੇ ਆਏ। ਭਗਵਾਨ ਹੱਥ ਵਿੱਚ ਚੱਕਰ ਫੜ ਕਰਕੇ ਬੈਕੁੰਠ ਧਾਮ ਤੋਂ ਭੱਜੇ ਆਏ। ਗੱਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ। ਇਹ ਜਿਹੜਾ ਕਿ ਜਿੰਦਰ ਹਾਥੀ ਸੀਗਾ, ਇਹਦੇ ਪ੍ਰਾਣਾਂ ਨੂੰ ਬਚਾਇਆ ਚੱਕਰ ਚਲਾ ਕੇ। ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਤਾਰਾਂ ਕੱਢ ਦਿੱਤੀਆਂ ਅਤੇ ਹਾਥੀ ਨੂੰ ਮੁਕਤ ਕੀਤਾ ਸੀਗਾ। ਇਉਂ ਗੱਜ ਇੰਦਰ ਧਿਆਇਓ ਹਰ ਕੀਓ ਮੋਖ ਹੈ। ਜਦ ਗੱਜ ਇੰਦਰ ਨੇ ਐਰਾਵਤ ਹਾਥੀ ਨੇ ਪ੍ਰਭੂ ਨੂੰ ਧਿਆਇਆ ਤਾਂ ਉਹਨਾਂ ਨੇ ਇਹਨੂੰ ਮੁਕਤ ਕੀਤਾ। ਵਿਪਰ ਸਦਾਮੇ ਦੌਲਤ ਪੰਜ। ਸੁਦਾਮੇ ਬ੍ਰਾਹਮਣ ਦੀ ਕ੍ਰਿਸ਼ਨ ਰੂਪ ਦੇ ਵਿੱਚ ਗਰੀਬੀ ਪ੍ਰਭੂ ਨੇ ਨਾਸ਼ ਕੀਤੀ ਸੀ। ਇੱਕ ਸੁਦਾਮਾ ਨਾਮ ਦਾ ਇਹ ਬ੍ਰਾਹਮਣ ਸੀ।
ਜੋ ਬਚਪਨ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਉਹਨਾਂ ਦੇ ਗੁਰੂ ਸੰਦੀਪਨ ਕੋਲ ਇਕੱਠੇ ਪੜ੍ਹਦੇ ਸਨ। ਇੱਕ ਦਿਨ ਸੰਦੀਪਨ ਨੇ ਇਹਨਾਂ ਨੂੰ ਜੰਗਲ ਵਿੱਚੋਂ ਲੱਕੜਾਂ ਲਿਆਉਣ ਲਈ ਕਿਹਾ। ਇਹ ਲੱਕੜਾਂ ਲੈਣ ਲਈ ਚਲੇ ਗਏ। ਇਹਦੇ ਕੋਲ ਕੁਝ ਭੁੰਨੇ ਹੋਏ ਚੌਲ ਸਨ ਜੋ ਕ੍ਰਿਸ਼ਨ ਜੀ ਤੋਂ ਚੋਰੀ ਚੋਰੀ ਬੁੱਕਲ ਵਿੱਚ ਮੂੰਹ ਲੁਕੋ ਕੇ ਖਾਈ ਜਾਂਦਾ ਸੀ। ਜਿਹੜੀ ਮਾਤਾ ਸੀ, ਗੁਰੂ ਮਾਤਾ, ਉਹਨੇ ਦਿੱਤੇ ਸੀ ਵੀ ਭੁੱਖ ਲੱਗੀ ਤੋਂ ਖਾ ਲਿਓ। ਉਧਰੋਂ ਮੀਂਹ ਪੈ ਰਿਹਾ ਸੀ। ਕ੍ਰਿਸ਼ਨ ਜੀ ਨੇ ਮੂੰਹ ਹਿਲਾਉਂਦੇ ਨੂੰ ਵੇਖ ਕੇ ਕਿਹਾ, ਕੀ ਗੱਲ ਹੈ, ਤੇਰਾ ਮੂੰਹ ਕਿਉਂ ਹਿੱਲੀ ਜਾਂਦਾ? ਤਾਂ ਸੁਦਾਮੇ ਨੇ ਕਿਹਾ ਕਿ ਪਾਲੇ ਨਾਲ ਹਿੱਲੀ ਜਾਂਦਾ, ਦੰਦੋ ਡਿੱਕੇ ਵੱਜ ਰਹੇ ਨੇ। ਤਦੋਂ ਕ੍ਰਿਸ਼ਨ ਜੀ ਨੇ ਸੁਭਾਵਿਕ ਹੀ ਕਹਿ ਦਿੱਤਾ ਵੀ ਜਾ ਓਏ ਦਲਿਦਰੀ ਆ, ਇੱਕ ਚੌਲਾਂ ਦੇ ਬਦਲੇ ਮਿੱਤਰ ਨਾਲ ਝੂਠ ਬੋਲ ਦਿੱਤਾ। ਓਏ ਮਿੱਤਰ ਤਾਂ ਜਾਨ ਵੀ ਮੰਗੇ ਤਾਂ ਹਾਜ਼ਰ ਕਰਨੀ ਚਾਹੀਦੀ ਹੈ, ਤੂੰ ਇੱਕ ਮੁੱਠ ਚੌਲਾਂ ਦੇ ਬਦਲੇ ਝੂਠ ਬੋਲੀ ਜਾਂਦਾ। ਤੂੰ ਆਪਣਾ ਮਿੱਤਰ ਧਰਮ ਨਹੀਂ ਨਿਭਾਇਆ। ਇਉਂ ਸੁਦਾਮਾ ਦਲਿਦਰੀ ਹੀ ਰਿਹਾ ਸਾਰੀ ਉਮਰ। ਜਦੋਂ ਵੱਡਾ ਹੋਇਆ ਤਾਂ ਘਰਦਿਆਂ ਨੇ ਇਹਦਾ ਵਿਆਹ ਕਰ ਦਿੱਤਾ। ਘਰ 'ਚ ਆਪਣੇ ਖਾਣ ਨੂੰ ਕੁਝ ਵੀ ਨਾ ਰਿਹਾ। ਘਰਵਾਲੀ ਨੂੰ ਬੱਚਿਆਂ ਨੂੰ ਕੀ ਖਵਾਉਣਾ ਸੀ। ਇੱਕ ਦਿਨ ਇਹਦੀ ਘਰਵਾਲੀ ਨੇ ਕਿਹਾ ਕਿ ਤੂੰ ਹਰ ਰੋਜ਼ ਕਹਿੰਦਾ ਰਹਿੰਦਾ ਵੀ ਕ੍ਰਿਸ਼ਨ ਭਗਵਾਨ ਮੇਰੇ ਬਚਪਨ ਦਾ ਮਿੱਤਰ ਹੈ। ਫਿਰ ਉਹਦੇ ਕੋਲ ਜਾ ਕੇ ਆਪਣੀ ਸਾਰੀ ਗਰੀਬੀ ਦੂਰ ਕਿਉਂ ਨਹੀਂ ਕਰ ਲੈਂਦਾ? ਉਹ ਤਾਂ ਰਾਜਾ ਬਣਿਆ ਬੈਠਾ। ਜੇ ਤੇਰਾ ਮਿੱਤਰ ਹੈ ਤੇ ਤੂੰ ਵੀ ਕੁਛ ਉਹਦੇ ਕੋਲ ਹੈ। ਇਉਂ ਘਰਵਾਲੀ ਦਾ ਪ੍ਰੇਰਿਆ ਹੋਇਆ ਇੱਕ ਪੁਰਾਣੇ ਜਿਹੇ ਕੱਪੜੇ 'ਚ ਭੁੰਨੇ ਹੋਏ ਚੌਲ ਪਾ ਕੇ ਗਿਣਦਾ ਹੋਇਆ ਦਵਾਰਕਾ ਵੱਲ ਨੂੰ ਚੱਲ ਪਿਆ ਅਤੇ ਮਨ ਵਿੱਚ ਸੋਚਦਾ ਹੈ ਕਿ ਭਗਵਾਨ ਨਾਲ ਕਿਵੇਂ ਮਿਲਾਂਗਾ, ਕਿਉਂ ਕਰ ਜਾਈਏ, ਕਿਵੇਂ ਮਿਲਾਏ, ਕੌਣ ਮਿਲਾਏਗਾ। ਇਉਂ ਸੋਚਦਾ ਕ੍ਰਿਸ਼ਨ ਭਗਵਾਨ ਜੀ ਦੇ ਦਰਬਾਰ ਦੇ ਬਾਹਰ ਸਿੰਘ ਦੁਆਰਾ ਖਲੋਤਾ ਆਏ। ਸਿੰਘ ਪੌੜ ਕੋਲ ਜਾ ਕੇ ਖੜਾ ਹੋ ਗਿਆ। ਦੁਆਰਪਾਲਕਾਂ ਨੇ ਅੰਦਰ ਨਾ ਜਾਣ ਦਿੱਤਾ। ਜਦੋਂ ਕ੍ਰਿਸ਼ਨ ਜੀ ਨੂੰ ਸੁਦਾਮੇ ਦੇ ਆਉਣ ਬਾਰੇ ਪਤਾ ਲੱਗਾ ਤਾਂ ਛੱਡ ਸਿੰਘਾਸਨ ਹਰ ਜੀ ਆਏ। ਉਹ ਆਪਣਾ ਸਿੰਘਾਸਨ ਛੱਡ ਕੇ ਨੰਗੇ ਪੈਰੀਂ ਭੱਜੇ ਆਏ ਅਤੇ ਸੁਦਾਮੇ ਨੂੰ ਆਪਣੇ ਗਲ ਨਾਲ ਲਾਇਆ, ਪੈਰ ਧੋਏ, ਚਰਨਾਮ੍ਰਿਤ ਪਿਆਏ। ਪੈਰ ਧੋ ਕੇ ਸਿੰਘਾਸਨ ਉੱਪਰ ਬਿਠਾਉਣਾ ਕੀਤਾ। ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੇ ਵਾਸਤੇ ਕੀ ਲੈ ਕੇ ਆਇਆ? ਉਸ ਵੇਲੇ ਸੁਦਾਮੇ ਨੇ ਫਟੇ ਹੋਏ ਕੱਪੜੇ ਜੋ ਭੁੰਨੇ ਹੋਏ ਚੌਲ ਕੱਢ ਕੇ ਦਿੱਤੇ। ਕ੍ਰਿਸ਼ਨ ਭਗਵਾਨ ਨੇ ਉਸ ਦੇ ਦਿੱਤੇ ਹੋਏ ਚੌਲ ਚੱਬ ਕੇ ਬਿਨਾਂ ਕਹਿਣ ਤੋਂ ਹੀ 4 ਪਦਾਰਥ ਸਚੁੱਚ ਪਠਾਏ। 4 ਪਦਾਰਥ ਉਸ ਦੇ ਘਰ ਵਿੱਚ ਪਹੁੰਚਾ ਦਿੱਤੇ। ਇਉਂ ਹੋਰ ਪਿਆਰ ਦੇ ਬਚਨ ਕੀਤੇ ਅਤੇ ਫਿਰ ਕ੍ਰਿਸ਼ਨ ਜੀ ਨੇ ਵਿਦਾ ਕਰਕੇ ਅਤੇ ਉਹਨੂੰ ਵਾਪਸ ਆਉਣਾ ਕੀਤਾ। ਰਸਤੇ ਵਿੱਚ ਆਉਂਦਾ ਹੋਇਆ ਸੋਚਦਾ ਕਿ ਇੰਨੇ ਚਿਰ ਬਾਅਦ ਕ੍ਰਿਸ਼ਨ ਜੀ ਨੂੰ ਮਿਲਿਆ, ਫਿਰ ਵੀ ਕੁਝ ਮੰਗ ਨਾ ਸਕਿਆ ਅਤੇ ਉਹਨਾਂ ਨੇ ਆਪਣੇ ਆਪ ਵੀ ਕੁਝ ਨਹੀਂ ਦਿੱਤਾ। ਇਉਂ ਵਿਚਾਰਦਾ ਹੋਇਆ ਜਦੋਂ ਆਪਣੇ ਨਗਰ ਪਹੁੰਚਾ ਤਾਂ ਉੱਥੇ ਸੋਨੇ ਦੇ ਮਹੱਲ ਬਣੇ ਹੋਏ ਵੇਖੇ ਅਤੇ ਅਨੇਕਾਂ ਪਦਾਰਥ ਵੇਖ ਕੇ ਨਿਹਾਲ ਹੋਇਆ। ਇਉਂ ਸੁਦਾਮੇ ਨੂੰ 4 ਪਦਾਰਥ ਦੇ ਕੇ ਵਿਪਰ ਸੁਦਾਮੇ ਦਾਲਤ ਭੰਜ। ਸੁਦਾਮੇ ਬ੍ਰਾਹਮਣ ਦਾ ਦਲਿਦਰ, ਉਹਦੀ ਗਰੀਬੀ ਮਹਾਰਾਜ ਨੇ ਭੰਨ ਦਿੱਤੀ। ਰੇ ਮਾਨਾ ਤੋਪੇ ਭਜ ਗੋਬਿੰਦ। ਹੇ ਮਨਾ, ਇਸ ਲਈ ਤੂੰ ਵੀ ਗੋਬਿੰਦ ਪਰਮਾਤਮਾ ਦਾ ਭਜਨ ਕਰ, ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਅਤੇ ਵਾਹਿਗੁਰੂ ਕਰ। ਤੇਰੇ ਵੀ ਸਾਰੇ ਦਲਿੱਦਰ, ਗਰੀਬੀ ਦੂਰ ਹੋ ਜਾਵੇਗੀ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਣੇ ਨੂੰ ਪਾਉਣ ਵਾਲਾ ਹੈ, ਨਿਹੰਗ ਫੌਜਾਂ, ਅਤੇ ਘੱਟ ਤੋਂ ਘੱਟ ਸ੍ਰੀ ਜਪਜੀ ਸਾਹਿਬ ਸਮੇਤ 5 ਬਾਣੀਆਂ ਦਾ ਨਿਤਨੇਮੀ ਹੈ। ਮੇਰਾ ਹੀ ਆਪਣਾ ਨਿਸ਼ਚਾ ਹੈ ਅਤੇ ਮੈਂ ਕਦੀ ਇਸ ਤਰ੍ਹਾਂ ਵੇਖਿਆ ਵੀ ਨਹੀਂ ਕਿ ਜਿਹੜਾ 5 ਬਾਣੀਆਂ ਦਾ ਨਿਤਨੇਮੀ ਹੋਵੇ ਅਤੇ ਉਹਨੇ ਬਾਣਾ ਪਾਇਆ ਹੋਵੇ ਅਤੇ ਉਹ ਕਿਤੇ ਸੜਕ ਦੇ ਮੰਗਦਾ ਹੋਵੇ। ਨਿਤਨੇਮੀ ਬੰਦੇ ਨੂੰ ਗੁਰੂ ਮਹਾਰਾਜ ਮੰਗਣ ਦੀ ਨੌਬਤ ਨਹੀਂ ਦਿੰਦੇ। ਸੋ ਵਾਹਿਗੁਰੂ ਅਕਾਲ ਪੁਰਖ ਦਾ ਖੁਦ ਆਪ ਦਾ ਪ੍ਰਬੰਧ ਹੈ। ਜਿਵੇਂ ਫੌਜ ਦਾ ਖਰਚਾ, ਫੌਜ ਤਾਂ ਵਿਹਲੀ ਰਹਿੰਦੀ ਹੈ,
ਕੁਛ ਵੀ ਨਹੀਂ ਕਰਦੀ, ਪਰ ਉਹਦਾ ਖਰਚਾ ਸੈਂਟਰ ਗੌਰਮੈਂਟ ਵੱਲੋਂ ਹੈ। ਕਈ ਸਹੂਲਤਾਂ ਨੇ। ਇਉਂ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਗੁਰੂ ਗੋਬਿੰਦ ਸਿੰਘ ਵੱਲੋਂ ਸਾਰੇ ਪ੍ਰਬੰਧ ਹਨ। ਵਾਹਿਗੁਰੂ ਦਾ ਘਰ ਵੱਡਾ ਹੈ, ਉਹਦੀ ਫੌਜ, ਉਹਦਾ ਪ੍ਰਬੰਧ ਵੀ ਉਤਨਾ ਵੱਡਾ ਹੈ। ਇਸ ਲਈ ਜੇ ਤੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛਕ ਕੇ ਬਾਣਾ ਧਾਰਨ ਕਰਕੇ ਪੰਜਾਂ ਕਕਾਰਾਂ ਵਾਲਾ ਅਤੇ ਨਿਤਨੇਮੀ ਹੋਵੇਂਗਾ, ਘੱਟੋ ਘੱਟ 5 ਬਾਣੀਆਂ ਦਾ ਨਿਤਨੇਮ ਕਰੇਗਾ, ਤਾਂ ਤੂੰ ਵੀ ਕਦੀ ਭੁੱਖਾ ਨਹੀਂ ਮਰੇਗਾ। ਜਿਹਦੀ ਨੌਕਰੀ ਛੁੱਟ ਜਾਏ ਜਾਂ ਕੋਈ ਪ੍ਰੋਬਲਮ ਆ ਜਾਏ, ਜੇ ਉਹ ਮਹਾਰਾਜ ਦੇ ਗੋਡੇ ਕੋਲ ਬੈਠ ਕੇ, ਸ਼ਹੀਦਾਂ ਦਾ ਇਹ ਪਵਿੱਤਰ ਸਥਾਨ ਹੈ, ਮਹਾਂਪੁਰਖਾਂ ਦਾ ਵਰ ਵੀ ਹੈ, ਸੁਖਮਨੀ ਸਾਹਿਬ ਦਾ ਭਾਵੇਂ ਇੱਕ ਪਾਠ ਹੀ ਕਰੇ ਤਾਂ 40 ਦਿਨਾਂ ਤੋਂ ਪਹਿਲਾਂ ਮਹਾਰਾਜ ਕੋਈ ਨਾ ਕੋਈ ਦਾ ਪ੍ਰਬੰਧ ਕਰਨਗੇ। ਕਿਉਂਕਿ ਸਭ ਸੰਸਾਰ ਨੂੰ ਉਹੀ ਦੇ ਰਹੇ ਨੇ, ਆਪਦੇ ਸਿੱਖ ਨੂੰ ਕਦ ਭੁੱਖਾ ਮਾਰਨਗੇ। ਇਸ ਲਈ ਨਿਰਤਨ ਕੋ ਤੁਮ ਦੇਵੋ ਧਨਾ, ਜਿਹੜਾ ਬੰਦਾ ਗਰੀਬ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਧਨ ਬਖਸ਼ਦਾ ਹੈ। ਇਸ ਲਈ 4 ਪਦਾਰਥ ਜੇਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ, ਜੇਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੇ ਹਉਮੈ ਛੋਰੈ, ਜੇਕੋ ਜਨਮ ਮਰਨ ਦੇ ਡਰੈ, ਸਾਧ ਜਨਾਂ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਥਾਕੈ ਬਲ ਬਲ ਜਾਸਾ। ਬਸ ਥੱਕ ਗਏ ਜੀ। ਹੁਣ ਆਪਾਂ ਕਰਨ ਵਾਲੇ ਵੀ ਤੇ ਸੁਣਨ ਵਾਲੇ ਵੀ ਫਤਿਹ ਬੁਲਾਈਏ। ਭੁੱਲਾਂ ਚੁੱਕਾ ਮਾਫ਼ ਕਰੋ ਜੀ। ਅੱਗੇ ਤੋਂ ਸਮਤ ਬਖਸ਼ੋ। ਬਾਣੀ ਦਾ ਸ਼ਬਦ ਤਾਂ ਬੜਾ ਲੰਮੇਰਾ ਹੈ, ਕੱਲ੍ਹ ਨੂੰ ਸਹੀ ਇੱਥੇ ਹੀ ਸਮਾਪਤੀ ਹੈ। ਵਿਪਰ ਸਦਾਮੇ ਦੌਲਤ ਪੰਜ, ਰੇ ਮਨ ਤੂੰ ਭਜ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।